ਹੁਣ ਇਹ ਕਿ ਭਾਰਤ ਜਿਹੜਾ ਹੈ 2014 ਤੋਂ ਲੈ ਕੇ ਹੁਣ ਤੱਕ ਪ੍ਰਾਈਵੇਟ ਕੰਪਨੀ ਤਬਦੀਲ ਹੋ ਚੁੱਕਾ ਹੈ ਤੇ ਇਹਨਾਂ ਨੂੰ ਨਾਗ ਮੈਂ ਨਾਂ ਦਿੱਤਾ ਨਰਿੰਦਰ ਅਮਿਤ ਗੌਤਮ। ਇਹ ਤਿੰਨ ਤਰ੍ਹਾਂ ਦੇ ਨਾਗ ਨੇ। ਪਹਿਲਾ ਨਾਗ ਹੈ ਨਰਿੰਦਰ, ਉਹ ਮਾਂਬਾ ਹੈ। ਉਹ ਮਾਂਬਾ ਦਕਸ਼ਿਣ ਅਫਰੀਕਾ 'ਚ ਪਾਇਆ ਜਾਂਦਾ ਹੈ। ਉਹ ਬੰਦੇ ਦੀ ਅੱਖਾਂ ਨੂੰ ਅੰਧਾ ਕਰ ਦਿੰਦਾ ਹੈ। ਇਹ ਸਾਰਿਆਂ ਨੂੰ ਅੰਧਾ ਕਰਨ ਦਾ ਕੰਮ ਕਰ ਰਿਹਾ ਲੋਕਤੰਤਰ ਦੇ ਨਾਂ ਤੇ। ਹਾਂਜੀ, ਸਪਰੇਅ ਕਰਕੇ ਪਾਇਜ਼ਨ ਨੂੰ ਸਪਰੇਅ ਕਰਦਾ ਹੈ, ਅੰਧਾ ਕਰ ਦਿੰਦਾ ਹੈ। ਤਾਂ ਇਹ ਤਾਂ ਹੈ ਮਾਂਬਾ। ਉਹਦੇ ਨਾਲ ਫਿਰ ਦੂਜਾ ਹੈ, ਉਹ ਹੈ ਕੋਬਰਾ ਅਮਿਤ। ਉਹ ਸੁਪਨੇ ਦਿਖਾਉਂਦਾ ਵੱਡੇ ਵੱਡੇ ਕਿ ਮੇਰੇ ਕੋਲ ਮਣੀ ਹੈ, ਮੈਂ ਖੁਸ਼ਹਾਲ ਬਣਾ ਦਿਆਂਗਾ, ਔਰ ਸਾਰਾ ਦੇ ਜੇਬ ਨੂੰ ਖਾਲੀ ਕਰ ਰਿਹਾ। ਔਰ ਤੀਜਾ ਹੈ ਵਾਈਪਰ, ਇਹ ਗੌਤਮ ਅਡਾਨੀ। ਇਹਨਾਂ ਜ਼ਹਿਰੇ ਦੇ ਅੰਦਰ ਕਿ ਇਹ ਸਾਰੀ ਜ਼ਮੀਨਾਂ ਨੂੰ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਗੁਜਰਾਤ ਦੇ ਅੰਦਰ ਇਹਨਾਂ ਨੇ ਇਹ ਮਾਡਲ ਇੰਪਲੀਮੈਂਟ ਕੀਤਾ ਸੀ। ਕਿਸਾਨਾਂ ਦੀ ਬਿਨਾਂ ਰਜਿਸਟਰੀ ਹਜ਼ਾਰਾਂ ਏਕੜ ਜ਼ਮੀਨ ਗੌਤਮ ਦੇ ਨਾਂ ਚੜ੍ਹ ਚੁੱਕੀ ਹੈ। ਇਹ 2000 ਦੇ ਅੰਦਰ ਟੈਂਟ ਦਾ ਕੰਮ, ਤੰਬੂ ਦਾ ਕੰਮ ਕਰਦਾ ਸੀ। 20 ਸਾਲਾਂ ਦੇ ਅੰਦਰ ਇਹਨਾਂ ਨੇ ਮਿਲ ਕੇ, ਤਿੰਨੋਂ ਗੁਜਰਾਤੀਆਂ ਨੇ ਪੂਰੀ ਦੁਨੀਆ ਦੇ ਅੰਦਰ ਆਪਣਾ ਸਾਮਰਾਜ ਫੈਲਾ ਲਿਆ। ਕਿਸ ਤਰ੍ਹਾਂ ਪੈਸਾ ਆਇਆ, ਸ਼ੁਰੂਆਤ ਕਿੱਥੋਂ ਹੋਈ, ਉਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ। ਤੇ ਕੇਂਦਰ ਦੇ ਅੰਦਰ ਕਾਂਗਰਸ ਸਰਕਾਰ ਸੀ। ਅਗਰ ਉਹ ਪਕੜਦੀ ਤਾਂ ਇਹ ਦੋਨੋਂ ਗੌਤਮ ਨਾਲ ਨਰਿੰਦਰ ਜੇਲ੍ਹ ਦੇ ਅੰਦਰ ਹੁੰਦੇ। ਇਹਨਾਂ ਨੇ 2002 ਦੇ ਅੰਦਰ ਗੁਜਰਾਤ ਦੇ ਅੰਦਰ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮੌਤ ਦੀ ਨੀਂਦਰ ਸੁਲਾਇਆ। ਤਾਂ 302 ਦੇ ਅਗਰ ਇਮਾਨਦਾਰੀ ਨਾਲ ਪ੍ਰਕਰਣ ਬਣੇ ਤਾਂ ਕਈ ਜਨਮ ਤੱਕ ਇਹਨਾਂ ਨੂੰ ਜੇਲ੍ਹ ਰਹਿਣਾ ਪਵੇ। ਲੇਕਿਨ ਇਹਨਾਂ ਨੇ ਸਿਸਟਮ ਨੂੰ ਕੈਪਚਰ ਕਰਕੇ ਹੁਣੇ ਪੰਤ ਪ੍ਰਧਾਨ ਬਣ ਗਿਆ। ਜਿਹੜਾ ਨੈਸ਼ਨਲ ਮੀਡੀਆ ਉਹ ਰਿਪੇਅਰਿੰਗ ਕਰਦਾ ਸੀ। ਹੁਣ ਨੈਸ਼ਨਲ ਮੀਡੀਆ ਬਹੁਤ ਵੱਡੀ ਗਲਤੀ ਕਰ ਰਿਹਾ। ਉਹ ਕੀ ਕਰ ਰਿਹਾ? ਇਹ ਖਾਲਿਸਤਾਨੀ ਨੇ, ਆਤੰਕਵਾਦੀ ਨੇ, ਪਾਕਿਸਤਾਨ ਪ੍ਰਾਯੋਜਿਤ ਨੇ। ਹੁਣ ਤੁਹਾਡੀ ਡਿਊਟੀ ਹੈ, ਤੁਸੀਂ ਅਪਡੇਟ ਕਰੋ ਚੀਜ਼ਾਂ ਨੂੰ ਔਰ ਸਮਾਜ ਦੇ ਸਾਹਮਣੇ ਸੱਚ ਤੇ ਲੈ ਕੇ ਆਓ। ਦੁਨੀਆ ਹੁਣ ਸੱਚ ਸੁਣਨ ਚਾਹੁੰਦੀ ਹੈ। ਉਹ ਪੱਕ ਗਈ ਉਹਨਾਂ ਕੋਲੋਂ। ਤੁਹਾਡੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਜਿਤਨੇ ਵੀ ਮੁਲਾਕਾਤ ਵਾਲੇ ਸੈਨਿਕ ਨੇ ਆਰਮੀ ਦੇ ਅੰਦਰ, ਪੈਰਾ ਮਿਲਟਰੀ ਫੋਰਸ, ਉਹਨਾਂ ਨੂੰ ਇਹ ਵੀਡੀਓ ਤੁਸੀਂ ਜ਼ਰੂਰ ਫਾਰਵਰਡ ਕਰਨਾ। ਭਗਵੇਂ ਕਰਨ ਦੀ ਰਾਜਨੀਤੀ ਕਰਨ ਵਾਲੇ ਕੁਝ ਚੰਦ ਬੰਦੇ ਜਿਹੜੇ ਅਜੇ ਵੀ ਇਹ ਏਜੰਡਾ ਲੈ ਕੇ ਚੱਲ ਰਹੇ ਨੇ ਕਿ 2025 ਦੇ ਵਿੱਚ RSS ਦੇ 100 ਸਾਲ ਪੂਰੇ ਹੋਣੇ ਨੇ ਤੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ। ਉਹ ਜਿਹੜੇ ਚੰਦ ਬੰਦੇ ਹੈ ਨੇ ਜਿਹੜੇ ਆਪਣੇ ਆਪ ਨੂੰ ਕੱਟੜਵਾਦੀ ਹਿੰਦੂ ਜਾਂ ਬ੍ਰਾਹਮਣ ਮਨੂਵਾਦੀ ਸੋਚ ਦੇ ਦੱਸਦੇ ਨੇ, ਉਹਨਾਂ ਦੀ ਸੋਚ ਕਰਕੇ ਸਾਰਾ ਹਿੰਦੂਵਾਦੀ ਤਬਕਾ ਬਦਨਾਮ ਹੁੰਦਾ ਹੈ। 1925 ਦੇ ਅੰਦਰ ਹੈਡਗੇਵਾਰ ਨੇ RSS ਦੀ ਸਥਾਪਨਾ ਕੀਤੀ। ਉਹ ਤਾਂ ਕੱਟੜ ਕਾਂਗਰਸੀ ਸੀ। ਉਹਨੇ ਕਿਹਾ ਸੀ ਇੱਕ ਦਿਨ ਆਏਗਾ ਮੈਂ ਇਸ ਕਾਂਗਰਸ ਨੂੰ ਨੈਸਤਨਾਬੂਦ ਕਰ ਦਿਆਂਗਾ। ਇਹ ਸੁਪਨਾ ਕਦ ਦੇਖਿਆ ਉਸਨੇ? 1925 'ਚ। ਉਹ ਸੁਪਨਾ ਪੂਰਾ ਕਦ ਹੋਇਆ? 2014 'ਚ। ਕਿੰਨੇ ਸਾਲ ਇਹਨਾਂ ਨੇ ਤਕਲੀਫਾਂ ਝੇਲੀਆਂ ਕਾਂਗਰਸ ਦੀਆਂ। ਇਹਨਾਂ ਦੇ ਅੰਦਰ ਤਾਂ ਉਹੀ ਚੱਲ ਰਿਹਾ ਪ੍ਰਤੀਸ਼ੋਧ ਵੀਰ ਜੀ। ਲੇਕਿਨ ਮੈਂ ਕਹਿਣਾ ਜਨਤਾ ਨੇ ਇਹਨਾਂ ਨੂੰ ਇਤਨਾ ਪਿਆਰ ਦਿੱਤਾ ਸੀ। ਅਗਰ ਇਹ ਸਹੀ ਕੰਮ ਕਰਦੇ, ਨਾਲ ਬੱਚਿਆਂ 'ਤੇ ਫੋਕਸ ਕਰਦੇ, ਉਹਨਾਂ ਨੂੰ ਸਕਿਲਡ ਕਰਦੇ, ਸੁੰਦਰ ਪਿਚਾਈ ਵਾਲੀ ਘਰ ਬਣਾਉਂਦੇ ਤਾਂ ਹਰ ਬੱਚਾ 5-5 ਕਰੋੜ ਰੁਪਏ ਰੋਜ਼ ਕਮਾ ਸਕਦਾ। ਲੇਕਿਨ ਬੇਸਿਕ ਕੀ ਹੈ? ਪਹਿਲੇ ਸਾਡੇ ਕਿਸਾਨ ਨੂੰ ਮਜ਼ਬੂਤ ਬਣਾਉਣਾ ਪਏਗਾ, ਕਿਉਂਕਿ ਇਹ ਭਾਰਤ ਦੀ ਆਤਮਾ ਹੈ। ਇਸ ਤੋਂ ਜ਼ਿਆਦਾ ਪਵਿੱਤਰਤਾ ਨਾਲ ਧਨ ਕੋਈ ਪੈਦਾ ਨਹੀਂ ਕਰ ਸਕਦਾ ਧਰਤੀ ਤੇ। ਉਹ ਧਰਤੀ ਦੀ ਕੋਖ 'ਚੋਂ ਫਸਲਾਂ ਨੂੰ ਲਹਿਲਾਉਂਦਾ। ਉਹ ਜਦ ਤੱਕ ਪਵਿੱਤਰਤਾ ਨਹੀਂ ਰੱਖੇਗਾ, ਪ੍ਰਕਿਰਤੀ ਨਾਲ ਪਿਆਰ ਨਹੀਂ ਕਰੇਗਾ, ਉਹ ਫਸਲ ਪੈਦਾ ਹੋ ਹੀ ਨਹੀਂ ਸਕਦੀ। ਵੀਰ ਜੀ ਕਿੰਨਾ ਕਠਿਨ ਕੰਮ ਹੈਗਾ, ਕਿਉਂਕਿ ਪ੍ਰਕਾਸ਼ ਦੇ ਸਾਹਮਣੇ ਅੰਧੇਰਾ ਟਿਕ ਨਹੀਂ ਸਕਦਾ। ਇਹ ਕੀ ਕਰ ਰਹੇ ਨੇ ਵੀਰ ਜੀ? ਇਹ ਵੋਟਾਂ ਦਾ ਧਰੁਵੀਕਰਨ ਕਰ ਰਹੇ ਨੇ ਜੋ ਕਾਂਗਰਸ ਕਰਦੀ ਸੀ। ਕਾਂਗਰਸ ਨੇ ਵੀ ਇਹੀ ਕੀਤਾ। ਸਾੜੀ ਤੇ, ਮੁਰਗੇ ਤੇ, ਦਾਰੂ ਦੀ ਬੋਤਲ ਤੇ, ਪਾਇਜੇਬ ਤੇ ਕੁਝ ਪੈਸਿਆਂ ਨਾਲ ਵੋਟ ਖਰੀਦਦੇ ਸੀ। ਉਹਨਾਂ ਨੇ ਅਗਰ ਸਮਾਜ ਨੂੰ ਅਵੇਅਰ ਕੀਤਾ ਹੁੰਦਾ ਕਿ ਸਾਡੇ ਵੋਟ ਦੀ ਸ਼ਕਤੀ ਕੀ ਹੈ, ਇਹਨਾਂ ਨੂੰ ਮੌਕਾ ਮਿਲਦਾ? ਬਿਲਕੁਲ ਨਾ ਮਿਲਦਾ। ਇਹ ਉਹਦੇ ਪ੍ਰਤੀਸ਼ੋਧ ਦੇ, ਇਹ ਸਾਰਾ ਖੇਲ ਪ੍ਰਤੀਸ਼ੋਧ ਤੋਂ ਪੈਦਾ ਹੋਇਆ। ਲੋਕ ਥੱਕ ਗਏ ਉਹਨਾਂ ਕੋਲੋਂ ਕਿ ਇਹ ਤਾਂ ਕੁਝ ਵੀ ਨਹੀਂ ਕਰਦੇ, ਸਮਾਜ ਮਾਰੀ। ਇਹਨਾਂ ਨੇ, ਉਹ ਤਾਂ ਚੋਰ ਸੀ, ਇਹ ਤਾਂ ਡਕੈਤ ਨੇ ਵੀਰ ਜੀ। ਉਹਨਾਂ ਦਾ ਸਵਾਗਤ ਕਰੋ ਸਾਹਮਣੇ, ਤਾਂ ਆਓ ਡਿਪਲੋਮੈਟਿਕ ਤਰੀਕੇ ਨਾਲ। ਆਓ ਜੀ ਆਓ, ਤੁਸੀਂ ਤਾਂ ਮਹਾਨ ਆਦਮੀ ਹੋ ਜੀ। ਅਸੀਂ ਖਾਲਿਸਤਾਨੀ ਆਏ, ਆਤੰਕਵਾਦੀ ਆਏ, ਪਾਕਿਸਤਾਨੀ ਆਏ, ਤੁਹਾਡਾ ਸਵਾਗਤ ਹੈ। ਇਹ ਕਰਕੇ ਆਪਣਾ ਵੀ ਰਿਕਾਰਡਿੰਗ ਕਰ ਲਿਓ, ਉਹ ਭੇਜੋ, ਫਿਰ ਸਪਰੇ ਕਰੋ, ਉਹ ਫਿਰ ਨਾਲ ਸੋਸ਼ਲ ਮੀਡੀਆ 'ਤੇ ਬਿਲਕੁਲ ਪਰਫੈਕਟ ਤਰੀਕੇ ਨਾਲ ਕੀ ਲੜਾਈ ਲੜਨੀ ਹੈ ਉਹ ਮੇਰੇ ਕੋਲ ਸੁਣੋ ਤੁਸੀਂ। ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਤਨੇ ਮੰਚਾਂ 'ਤੇ ਸਾਡੇ ਕਿਸਾਨ ਇਹ ਭਾਸ਼ਣ ਦੇ ਰਹੇ ਨੇ, ਇਹ ਘੱਟੋ ਘੱਟ ਹਰ ਕਿਸਾਨ 10 ਸਾਲ ਜਿਹੜਾ ਅੰਦੋਲਨ ਨੂੰ ਲੜ ਰਿਹਾ, ਉਹਨਾਂ ਨੂੰ ਮੰਚ 'ਤੇ ਮੌਕਾ ਦੇਣਾ ਚਾਹੀਦਾ। ਸਾਡੇ ਵਰਗੇ ਮੌਕਾ ਨਹੀਂ ਦੇਣਾ ਚਾਹੀਦਾ। ਕੋਈ ਵੀ ਅਸੀਂ ਗਲਤ ਗੱਲ ਕਹਿ ਜਾਵਾਂਗੇ, ਉਹ ਉਹਨਾਂ ਦੇ ਖਾਤੇ ਦਰਜ ਹੋ ਜਾਏਗੀ। ਠੀਕ ਹੈ, ਪਹਿਲੀ ਗੱਲ। ਦੂਜੀ ਗੱਲ ਹੈ, ਸੋਸ਼ਲ ਮੀਡੀਆ ਦੀ ਤਾਕਤ ਨੂੰ ਵਧਾਓ। ਇਹ ਟਾਈਮ ਹੈ, ਬਿਲਕੁਲ ਪ੍ਰੋਪਰ ਟਾਈਮ ਹੈ। ਤੀਜਾ, ਉਹ ਜਿਤਨੇ ਵੀ ਸਾਰੇ ਨਾਲ ਡਿਬੇਟ ਕਰਦੇ ਰਹੋ, ਉਹਨਾਂ ਦੀ ਸਾਰੀ ਰਿਕਾਰਡਿੰਗ ਤੁਸੀਂ ਰੱਖੋ, ਕਿਉਂਕਿ ਉਹ ਸਾਡੇ ਨਾਲ ਡਿਪਲੋਮੈਟਿਕ ਤਰੀਕੇ ਨਾਲ ਸਾਮ, ਦਾਨ, ਦੰਡ ਭੇਦ ਚਾਰੋਂ ਤਰ੍ਹਾਂ ਦੇ ਉਪਯੋਗ ਕਰ ਰਹੇ ਨੇ। ਚਾਰੋਂ ਉਹ ਕਿਸੇ ਵੀ ਤਰੀਕੇ ਸਾਡੇ ਜੱਤਾਂ ਨੂੰ ਤੋੜਨ ਚਾਹੁੰਦੇ ਨੇ।
ਤੇ ਪੰਡਤ ਜੀ ਥੋੜਾ ਜਿਹਾ ਸਾਨੂੰ ਗੁੰਮਰਾਹ ਕਰ ਗਏ, ਲੇਕਿਨ ਕਿਉਂਕਿ ਉਹ ਸਨਾਤਨ ਮਤ ਉਹਨਾਂ ਨੇ ਆਪਣੀ ਆਰਐਸਐਸ ਦੀ ਹੀ ਗੱਲ ਕਰਨੀ ਸੀ, ਲੇਕਿਨ ਇਹ ਜਿਹੜੀ ਉਹਨਾਂ ਨੇ ਹਿੰਦੁਸਤਾਨ ਵਾਲਾ ਕੁਐਸਚਨ ਦਾ ਵੀ ਜਵਾਬ ਨਹੀਂ ਦਿੱਤਾ, ਬਟ ਇੱਥੇ ਅਸੀਂ ਉਹ ਤੇ ਆਰਗੂ ਨਹੀਂ ਕਰਨਾ। ਲੇਕਿਨ ਉਸਦਾ ਆਰਗੂ ਤਾਂ ਮੈਂ ਤੁਹਾਨੂੰ ਹੁਣ ਮੈਂ ਜਵਾਬ ਦੇ ਦੇਣਾ ਆਪਣੇ ਸਿੱਖ ਮਤ ਦੇ ਅਕੋਰਡਿੰਗ। ਉਹਨਾਂ ਨੇ ਆਪਣੀ ਹਿੰਦੂ ਮਤ ਦੇ ਅਕੋਰਡਿੰਗ, ਆਰਐਸਐਸ ਦੇ ਮਤ ਦੇ ਅਕੋਰਡਿੰਗ, ਕਿਉਂਕਿ ਉਹਦਾ ਜਵਾਬ ਕਿਉਂ ਨਹੀਂ ਦਿੱਤਾ, ਕਿਉਂਕਿ ਉਹਨਾਂ ਦੀਆਂ ਬਣਾਈਆਂ ਹੋਈਆਂ ਪਾਲਿਸੀਆਂ ਫੇਲ ਹੋ ਗਈਆਂ। ਬਿਲਕੁਲ। ਤੇ ਇਹ ਉਹਨਾਂ ਨੇ ਇੱਕ ਆਰਐਸਐਸ ਨੇ ਉਹਨਾਂ ਨੂੰ ਇੱਕ ਪਰਚੀ ਲਿਖ ਕੇ ਦਿੱਤੀ ਮੋਦੀ ਸਾਹਿਬ ਨੂੰ ਕਿ ਤੁਸੀਂ ਜਰਾ ਟੱਚ ਸਕਰੀਨ ਦੇ ਨਾਲ ਟੈਸਟ ਤਾਂ ਕਰੋ ਵੀ ਕੀ ਸਿਸਟਮ ਚੱਲ ਰਿਹਾ ਹੈ। ਇਹਨਾਂ ਨੇ ਆਪਣਾ ਕਾਂਡ ਕਰਾਇਆ, ਆਪਣੇ ਹੀ ਗੋਦੜਾ ਕਾਂਡ ਕਰਾਇਆ, ਪਹਿਲੇ ਆਪਣੇ ਹੀ ਬੰਬ ਮਰਵਾਏ। ਉਹ ਬੰਬਣਾ ਦੀ ਆੜ ਦੇ ਵਿੱਚ ਇਹਨਾਂ ਨੇ ਫਿਰ ਕੀ ਕੀਤਾ, ਮੁਸਲਮਾਨਾਂ ਦਾ ਕਾਂਡ ਕੀਤਾ। ਮੁਸਲਮਾਨਾਂ ਦਾ ਕਾਂਡ ਕਰਨ ਤੋਂ ਬਾਅਦ ਵੀ ਠੰਡੇ ਨਹੀਂ ਪਏ, ਫਿਰ ਇਹਨਾਂ ਨੇ ਦਲਿਤ ਨੂੰ ਕੁੱਟਿਆ, ਦਲਿਤ ਨੂੰ ਇੰਨਾ ਕੁੱਟਿਆ, ਉਹਨੂੰ ਦਬਾਇਆ, ਉਤੋਂ ਵੀ ਇਹਨਾਂ ਦੇ ਚੈਨ ਨਹੀਂ ਪਈ। ਫਿਰ ਹੁਣ ਇਹਨਾਂ ਨੇ ਚੈੱਕ ਕਰਨਾ ਸੀਗਾ ਕਿ ਹੁਣ ਸਿੱਖ ਜਿਉਂਦਾ ਹੈ ਜਾਂ ਨਹੀਂ, ਲੇਕਿਨ ਇਹਨਾਂ ਨੇ ਸੋਚਿਆ ਸੀਗਾ ਕਿ ਸਿੱਖ ਮਰ ਗਿਆ, ਸਿੱਖੀ ਮਰ ਗਈ ਹੈ। ਕਿਵੇਂ ਮਰ ਗਈ ਹੈ? ਕਿਉਂਕਿ ਪੰਜਾਬ ਤੇ ਅਸੀਂ ਨਸ਼ੇੜੀ ਕਰਤਾ। ਇਹਨਾਂ ਨੇ ਕਿਸਾਨ ਮੋਰਚੇ ਦੀ ਆੜ ਦੇ ਵਿੱਚ ਇਹਨਾਂ ਨੇ ਸਿੱਖੀ ਦੀ ਸਪਿਰਿਟ ਚੈੱਕ ਕਰਨੀ ਚਾਹੀਏ। ਸਾਨੂੰ ਅੱਤਵਾਦੀ ਕਿਹਾ, ਸਾਨੂੰ ਵੱਖਵਾਦੀ ਕਿਹਾ। ਅੱਜ ਹਰ ਬੱਚਾ ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਮੈਂ ਕਹਿੰਦਾ ਭਾਵੇਂ ਕੋਈ ਕੁੜੀ ਹੈ, ਭਾਵੇਂ ਕੋਈ ਔਰਤ ਹੈ, ਕਹਿੰਦੀ ਹੈ ਮੈਂ ਅੱਤਵਾਦੀ ਹਾਂ। ਇਹਨਾਂ ਕੋਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ, ਲੇਕਿਨ ਅਗਰ ਇਹ ਚਾਹੁੰਦੇ ਨੇ ਨਾ ਹਿੰਦੂ ਰਾਸ਼ਟਰ ਕੋਸ਼ਿਸ਼ ਕਰਨਾ, ਇਹ ਮਨਸੂਬਾ ਔਰੰਗਜ਼ੇਬ ਦਾ ਵੀ ਇਹੋ ਸੀ। ਉਹ ਵੀ ਇਹੀ ਚਾਹੁੰਦਾ ਸੀਗਾ ਕਿ ਮੈਂ ਅੱਲਾਹੂ ਦਾ ਨਾਰਾ ਲਗਾਵਾਂਗਾ, ਲੇਕਿਨ ਮਹਾਰਾਜ ਨੇ ਐਸੀ ਖੇਡ ਵਰਤਾਈ, 1.25 लाख से 1 लाऊं तबे गोविंद सिंह नाम कहाऊं। ਇੱਦਾਂ ਦੇ ਨੌਜਵਾਨ ਨੂੰ ਦੇਖ ਕੇ ਜੇ ਉਹਨਾਂ ਨੇ ਸ਼੍ਰੀ ਸਾਹਿਬ ਟੰਗੀ ਆ ਜਾਂ ਬਰਛਾ ਟੰਗਿਆ ਆ, ਜੇ ਗੋਦੀ ਮੀਡੀਆ ਇਹ ਦਿਖਾਉਂਦਾ ਹੈ ਕਿ ਅੱਤਵਾਦੀ ਆ ਗਏ, ਵੱਖਵਾਦੀ ਆ ਗਏ, ਤਾਂ ਫਿਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਹਲੇ ਤੱਕ ਤਾਂ ਅਸੀਂ ਗੁਰੂ ਦੇ ਭਾਣੇ 'ਚ ਸਿਦਕ ਤੇ ਚੱਲ ਰਹੇ ਹਾਂ। ਹਲੇ ਤੱਕ ਤਾਂ ਅਸੀਂ ਮੰਗਾਂ ਮਨਵਾਉਣ ਦੀ ਗੱਲ ਕਰ ਰਹੇ ਹਾਂ, ਆਪਣੇ ਹੱਕ ਲੈਣ ਦੀ ਗੱਲ ਕਰ ਰਹੇ ਹਾਂ। ਪਰ ਅਗਰ ਤੁਸੀਂ ਆਪਣਾ ਇਹ ਅੜੀਅਲ ਰਵੱਈਆ ਨਾ ਛੱਡਿਆ ਤਾਂ ਇਹ ਸਾਡਾ ਸਿਧਾਂਤ ਸਾਡੇ ਗੁਰੂ ਦਾ ਦਿੱਤਾ ਆ ਕਿ ਪਿਆਰ ਸਤਿਕਾਰ ਨਾਲ ਜੋ ਵੀ ਆਂਦਾ ਜਾਂਦਾ ਆ, ਦੇਗ ਨਾਲ ਸਵਾਗਤ ਹੁੰਦਾ ਆ। ਆਕੜ ਹੰਕਾਰ ਨਾਲ ਜਿਹੜਾ ਆਂਦਾ ਆ, ਫਿਰ ਦੇਗ ਨਾਲ ਸਵਾਗਤ ਹੁੰਦਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਸਵਾਗਤ ਕਰਦਾ। ਕਿਸਾਨੀ ਸੰਘਰਸ਼ ਦੇ ਵਿੱਚ ਹਰ ਧਰਮ ਹਰ ਵਰਗ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ। ਸਵਾਮੀ ਹਰਸ਼ਾਨੰਦ ਜੀ ਸਾਡੇ ਨਾਲ ਨੇ, ਜਿਨ੍ਹਾਂ ਨੂੰ ਤੁਸੀਂ ਅਕਸਰ ਵੇਖਿਆ ਹੋਗਾ ਬੜੀ ਬੇਬਾਕੀ ਦੇ ਨਾਲ ਆਪਣੇ ਵਿਚਾਰ ਤੁਹਾਡੇ ਸਾਹਮਣੇ ਸਾਂਝੇ ਕਰਦੇ ਨੇ। सबसे पहले तो आपका स्वागत है हमारे चैनल पर, और इस किसानी संघर्ष के बारे में आप क्या सोच रहे हो वो ज़रूर जानना चाहते हैं। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦੇਖੋ ਇਹ ਜਿਹੜਾ ਸਭ ਕੁਝ ਚੱਲ ਰਿਹਾ ਇਹਨੂੰ ਪ੍ਰਕਿਰਤੀ ਸੰਚਾਲਿਤ ਕਰ ਰਹੀ ਹੈ। ਇਹ ਕੋਈ ਪੰਜਾਬ ਦਾ, ਹਰਿਆਣਾ ਦਾ, ਉੱਤਰ ਪ੍ਰਦੇਸ਼ ਦਾ ਜਾਂ ਰਾਜਸਥਾਨ ਦਾ ਜਾਂ ਮੱਧ ਪ੍ਰਦੇਸ਼ ਦਾ ਅੰਦੋਲਨ ਨਹੀਂ ਹੈ। ਇਹ ਭਾਰਤ ਦੀ ਆਤਮਾ ਦਾ ਅੰਦੋਲਨ ਹੈ, ਉਹ ਕਰਾ ਰਹੀ ਹੈ। 73 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ, ਹੁਣ ਤੱਕ ਕਿਸਾਨ ਦੀ ਕਿਸੇ ਨੇ ਸੁਧ ਨਾ ਲਈ। ਉਹ ਰਿਣ ਦੇ ਅੰਦਰ ਜਨਮ ਲੇਵੇ, ਰਿਣ ਦੇ ਅੰਦਰ ਪਲੇ, ਰਿਣ ਚੁਕਾਨ ਪੀੜ੍ਹੀਆਂ ਛੋੜ ਜਾਵੇ। ਇਹ ਹੁਣ ਪ੍ਰਕਿਰਤੀ ਨਹੀਂ ਚਾਹੁੰਦੀ। ਪ੍ਰਕਿਰਤੀ ਕਹਿੰਦੀ ਮੇਰੇ ਧਰਤੀ ਪੁੱਤਰ ਨੂੰ ਤੁਹਾਨੂੰ ਸਨਮਾਨ ਦੇਣਾ ਪਏਗਾ। ਹੁਣ ਇਹ ਕਿ ਭਾਰਤ ਜਿਹੜਾ ਹੈ 2014 ਤੋਂ ਲੈ ਕੇ ਹੁਣ ਤੱਕ ਪ੍ਰਾਈਵੇਟ ਕੰਪਨੀ ਤਬਦੀਲ ਹੋ ਚੁੱਕਾ ਹੈ। ਤੇ ਇਹਨਾਂ ਨੂੰ ਨਾਗ ਮੈਂ ਨਾਂ ਦਿੱਤਾ, ਨਰਿੰਦਰ, ਅਮਿਤ, ਗੌਤਮ। ਇਹ 3 ਤਰ੍ਹਾਂ ਦੇ ਨਾਗ ਨੇ। ਪਹਿਲਾ ਨਾਗ ਹੈ ਨਰਿੰਦਰ, ਉਹ ਮਾਂਬਾ ਹੈ। ਉਹ ਮਾਂਬਾ ਦਕਸ਼ਿਣ ਅਫਰੀਕਾ 'ਚ ਪਾਇਆ ਜਾਂਦਾ ਹੈ। ਉਹ ਬੰਦੇ ਦੀ ਅੱਖੀਆਂ ਨੂੰ ਅੰਧਾ ਕਰ ਦਿੰਦਾ। ਇਹ ਸਹਾਰਾ ਨੂੰ ਅੰਧਾ ਕਰਨ ਦਾ ਕੰਮ ਕਰ ਰਿਹਾ ਲੋਕਤੰਤਰ ਦੇ ਨਾਂ 'ਤੇ। ਹਾਂਜੀ, ਸਪਰੇਅ ਕਰਕੇ ਪਾਇਜ਼ਨ ਨੂੰ ਸਪਰੇਅ ਕਰਦਾ ਹੈ, ਅੰਧਾ ਕਰ ਦਿੰਦਾ। ਤਾਂ ਇਹ ਤਾਂ ਹੈ ਮਾਂਬਾ। ਉਹਦੇ ਨਾਲ ਫਿਰ ਦੂਜਾ ਹੈ, ਉਹ ਹੈ ਕੋਬਰਾ, ਅਮਿਤ। ਉਹ ਸੁਪਨੇ ਦਿਖਾਉਂਦਾ ਵੱਡੇ ਵੱਡੇ ਕਿ ਮੇਰੇ ਕੋਲ ਮਣੀ ਹੈ, ਮੈਂ ਖੁਸ਼ਹਾਲ ਬਣਾ ਦਿਆਂਗਾ, ਔਰ ਸਹਾਰਾ ਦੇ ਜੇਬ ਨੂੰ ਖਾਲੀ ਕਰ ਰਿਹਾ। ਔਰ ਤੀਜਾ ਹੈ ਵਾਈਪਰ, ਇਹ ਗੌਤਮ ਅਡਾਨੀ। ਇਹਨਾਂ ਜ਼ਹਿਰੇ ਦੇ ਅੰਦਰ ਕਿ ਇਹ ਸਾਰੀ ਜ਼ਮੀਨਾਂ ਨੂੰ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਗੁਜਰਾਤ ਦੇ ਅੰਦਰ ਇਹਨਾਂ ਨੇ ਇਹ ਮਾਡਲ ਇੰਪਲੀਮੈਂਟ ਕੀਤਾ ਸੀ। ਕਿਸਾਨਾਂ ਦੀ ਬਿਨਾਂ ਰਜਿਸਟਰੀ ਹਜ਼ਾਰਾਂ ਏਕੜ ਜ਼ਮੀਨ ਗੌਤਮ ਦੇ ਨਾਂ ਚੜ੍ਹ ਚੁੱਕੀ ਹੈ। ਇਹ 2000 ਦੇ ਅੰਦਰ ਟੈਂਟ ਦਾ ਕੰਮ, ਤੰਬੂ ਦਾ ਕੰਮ ਕਰਦਾ ਸੀ। 20 ਸਾਲਾਂ ਦੇ ਅੰਦਰ ਇਹਨਾਂ ਨੇ ਮਿਲ ਕੇ, ਤਿੰਨੋਂ ਗੁਜਰਾਤੀਆਂ ਨੇ ਪੂਰੀ ਦੁਨੀਆ ਦੇ ਅੰਦਰ ਆਪਣਾ ਸਾਮਰਾਜ ਫੈਲਾ ਲਿਆ। ਕਿਸ ਤਰ੍ਹਾਂ ਪੈਸਾ ਆਇਆ, ਸ਼ੁਰੂਆਤ ਕਿੱਥੋਂ ਹੋਈ, ਉਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ। ਬਿਲਕੁਲ। ਕਸਟਮ ਦੇ ਜਰੀਏ ਦੇਖੋ ਗਵਰਨਮੈਂਟ ਦੀ ਯੋਜਨਾ ਹੁੰਦੀ ਹੈ ਸਮਾਲ ਸਕੇਲ ਇੰਡਸਟਰੀ ਨੂੰ ਡਿਵੈਲਪ ਕਰਨਾ। ਉਹ ਸਬਸਿਡੀ ਦਿੰਦੀ ਹੈ। ਜਿਵੇਂ ਸਾਡੀ ਜੁੱਤੀਆਂ ਨੇ 300 ਰੁਪਏ ਦੀ ਜੁੱਤੀ ਹੈ, ਇਸੇ 60% ਸਬਸਿਡੀ, 180 ਰੁਪਏ ਇੱਕ ਜੁੱਤੀ ਦੀ। ਹੁਣ 10-10 ਕੰਟੇਨਰ ਰੋਜ਼ ਫੋਰਨ ਜਾ ਰਹੇ ਹਨ, ਕਾਗਜ਼ ਤੇ ਜਾ ਰਹੇ ਹਨ, ਕੋਈ ਮਾਲ ਨਹੀਂ ਜਾ ਰਿਹਾ। ਇਹ ਸਸਤੇ ਜ਼ਮਾਨੇ 'ਚ ਇਹਨਾਂ ਨੇ ਅਰਬੋਂ ਖਰਬੋਂ ਰੁਪਏ ਤੁਹਾਡਾ ਸਾਡਾ ਲੁੱਟ ਲਿਆ।
ਤੇ ਕੇਂਦਰ ਦੇ ਅੰਦਰ ਕਾਂਗਰਸ ਸਰਕਾਰ ਸੀ। ਅਗਰ ਉਹ ਪਕੜਦੀ ਤਾਂ ਇਹ ਦੋਨੋਂ ਗੌਤਮ ਨਾਲ ਨਰਿੰਦਰ ਜੇਲ੍ਹ ਦੇ ਅੰਦਰ ਹੁੰਦੇ। ਜੇਲ੍ਹ ਦੇ ਅੰਦਰ ਇਹਨਾਂ ਨੇ 2002 ਦੇ ਅੰਦਰ ਗੁਜਰਾਤ ਦੇ ਅੰਦਰ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮੌਤ ਦੀ ਨੀਂਦਰ ਸੁਲਾਇਆ। ਤਾਂ 302 ਦੇ ਅਗਰ ਇਮਾਨਦਾਰੀ ਨਾਲ ਪ੍ਰਕਰਣ ਬਣੇ ਤਾਂ ਕਈ ਜਨਮ ਤੱਕ ਇਹਨਾਂ ਨੂੰ ਜੇਲ੍ਹ ਰਹਿਣਾ ਪਵੇ। ਲੇਕਿਨ ਇਹਨਾਂ ਨੇ ਸਿਸਟਮ ਨੂੰ ਕੈਪਚਰ ਕਰਕੇ ਹੁਣੇ ਪੰਤ ਪ੍ਰਧਾਨ ਬਣ ਗਿਆ। ਇਹਨੇ ਧਨ ਨਾਲ ਸੱਤਾ ਨਾਲ ਪੂਰੀ ਸ਼ਕਤੀ ਨੂੰ ਕੇਂਦਰਿਤ ਕਰ ਲਿਆ। 2019 ਦੇ ਅੰਦਰ ਇਹ ਕਹਿੰਦਾ ਸੀ ਤੁਸੀਂ ਹੋਰ ਕਿਸੇ ਨੂੰ ਨਾ ਵੇਖੋ, ਮੈਨੂੰ ਵੇਖੋ, ਤੁਸੀਂ ਮੈਨੂੰ ਵੋਟ ਦਿਓ। ਅਸੀਂ ਉਹਨਾਂ ਨਾਰਾ ਦੇ ਅੰਦਰ ਫਸ ਗਏ। ਉਹਨੇ ਨਾਰੇ ਬੜੇ ਸੋਹਣੇ ਇਜਾਦ ਕੀਤੇ ਸੀ ਮਾਰਕੀਟਿੰਗ ਦੇ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਮੈਕ ਇਨ ਇੰਡੀਆ, ਸਕਿਲਡ ਇੰਡੀਆ। ਮਤਲਬ ਉਹਦੇ ਜਿਹੜੇ ਆਈਡੀਆਜ਼ ਸੀ ਨਾ ਉਹ ਲੋਕਾਂ ਦੇ ਦਿਲ ਦੇ ਅੰਦਰ ਵਸ ਗਏ ਸੀ। ਲੇਕਿਨ ਉਹਦੀ ਸਾਰੀ ਮੱਕਾਰੀ ਹੁਣ ਧੀਰੇ ਧੀਰੇ ਸਾਹਮਣੇ ਆ ਰਹੀ ਆ। ਮੇਰਾ ਇਹ ਬੇਨਤੀ ਹੈ, ਦੇਖੋ ਇੱਕ ਜ਼ਮਾਨਾ ਸੀ ਅਸੀਂ ਗਲਤੀ ਕਰਦੇ ਸੀ, ਉਹਨੂੰ ਜਿਹੜਾ ਨੈਸ਼ਨਲ ਮੀਡੀਆ ਉਹ ਰਿਪੇਅਰਿੰਗ ਕਰਦਾ ਸੀ। ਹੁਣ ਨੈਸ਼ਨਲ ਮੀਡੀਆ ਬਹੁਤ ਵੱਡੀ ਗਲਤੀ ਕਰ ਰਿਹਾ। ਉਹ ਕੀ ਕਰ ਰਿਹਾ? ਇਹ ਖਾਲਿਸਤਾਨੀ ਨੇ, ਆਤੰਕਵਾਦੀ ਨੇ, ਪਾਕਿਸਤਾਨ ਪ੍ਰਾਯੋਜਿਤ ਨੇ। ਹੁਣ ਇਹ ਤੁਹਾਡੀ ਡਿਊਟੀ ਹੈ, ਤੁਸੀਂ ਅਪਡੇਟ ਕਰੋ ਚੀਜ਼ਾਂ ਨੂੰ ਔਰ ਸਮਾਜ ਦੇ ਸਾਹਮਣੇ ਸੱਚ ਤੇ ਲੈ ਕੇ ਆਓ। ਦੁਨੀਆ ਹੁਣ ਸੱਚ ਸੁਣਨ ਚਾਹੁੰਦੀ ਹੈ। ਉਹ ਪੱਕ ਗਈ ਉਹਨਾਂ ਕੋਲੋਂ। ਉਹ ਵੇਖ ਲਿਆ ਉਹਨਾਂ ਨੇ 6-6 ਅਰਬ ਰੁਪਏ ਦੇ ਕੱਪੜੇ ਅਤੇ ਆਪਣੇ ਦੇ ਵਿਗਿਆਪਨ ਦੇ ਖਰਚ ਕਰਕੇ ਉਹ ਕਹਿੰਦਾ ਮੈਂ ਫਕੀਰ ਹਾਂ। ਉਹਨਾਂ ਲੋਕਾਂ ਨੂੰ ਸਮਝ ਆ ਰਹੀ ਕਿ ਇਹਦੇ ਪਿੱਛੋਂ ਕੀ ਵੋਟਾਂ ਦਾ ਧਰੁਵੀਕਰਨ ਹੈਗਾ। ਜਿਹੜਾ ਬੰਦਾ 25 ਜੂਨ 75 ਨੂੰ ਨਕਲੀ ਸਰਦਾਰ ਬਣਿਆ ਸੀ ਐਮਰਜੈਂਸੀ ਦੇ ਦੌਰਾਨ, 21 ਮਹੀਨੇ ਨਕਲੀ ਸਰਦਾਰ ਬਣ ਕੇ ਰਿਹਾ ਭੁਜ ਕੱਛ ਦੇ ਅੰਦਰ, ਉਹਦਾ ਗੈਟਅਪ ਕਰਨ ਵਾਲੇ ਇੱਕ ਤੁਸੀਂ ਫਿਲਮ ਦੇ ਪ੍ਰੋਡਿਊਸਰ ਕੋਲ ਪੁੱਛੋ ਕਿ ਤੁਸੀਂ ਅਗਰ ਕਿਸੇ ਸਟਾਰ ਨੂੰ ਸਰਦਾਰ ਬਣਾਉਂਦੇ ਹੋ, ਭਗਤ ਸਿੰਘ ਦਾ ਰੋਲ ਕਰਾਉਂਦੇ ਹੋ, ਰੋਜ਼ ਕਿਤਨੇ ਘੰਟੇ ਉਹਦਾ ਮੇਕਅਪ ਕਰਦੇ ਹੋ? ਪੁੱਛੋ ਉਹਨਾਂ ਕੋਲੋਂ, ਤੁਹਾਨੂੰ ਸਮਝ ਆਏਗਾ। ਸਾਰਾ ਦਿਨ ਮੇਕਅਪ ਕਰਦਾ ਬੰਦਾ, ਸਾਰੇ ਦਿਨ ਕੱਪੜੇ ਬਦਲਦਾ ਹੈ। ਉਹ ਕਹਿੰਦਾ ਮੈਂ 18 ਘੰਟੇ ਕੰਮ ਕਰਦਾ। ਇਹ ਕੰਮ ਕਰ ਰਿਹਾ ਤੂੰ? ਤੇਰੀ ਨੋਟਬੰਦੀ, GST, ਅਯੋਧਿਆ, ਰਾਮ ਮੰਦਿਰ, 370 ਨਾਲ ਇਹ ਕਿਸਾਨ ਬਿੱਲ, ਇਹ ਤੇਰੀ ਯੋਜਨਾ ਮਨਸ਼ਾ, ਇਹਦੇ ਪਿੱਛੇ ਦੀ ਮਨਸ਼ਾ ਤੁਹਾਨੂੰ ਕੀ ਲੱਗਦੀ? ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਸੱਟ ਭਾਰਤ ਤੇ ਮਾਰੀ ਜਾ ਰਹੀ ਹੈ, ਭਾਰਤ ਦੀ ਆਵਾਮ ਤੇ ਮਾਰੀ ਜਾ ਰਹੀ ਹੈ, ਕਿਸਾਨ ਤੇ ਮਾਰੀ ਜਾ ਰਹੀ ਹੈ। ਪਰ ਵੱਡੇ ਜਿਹੜੇ ਪੂੰਜੀਪਤੀ ਘਰਾਣੇ ਹੈ ਨੇ ਉਹਨਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਗੋਰੇ ਅੰਗਰੇਜ਼ ਚਲੇ ਗਏ, ਕਾਲੇ ਅੰਗਰੇਜ਼ਾਂ ਨੇ ਗੋਰਿਆਂ ਤੋਂ ਵੀ ਜ਼ਿਆਦਾ ਜੀਣਾ ਹਰਾਮ ਕਰਤਾ ਸਾਡਾ। ਇਹਦੇ ਪਿੱਛੇ ਦੀ ਮਨਸ਼ਾ ਕੀ ਲੱਗਦੀ ਹੈ ਤੁਹਾਨੂੰ? ਮੈਂ ਤੁਹਾਡੇ ਦਰਸ਼ਕਾਂ ਨੂੰ ਬੇਨਤੀ ਕਰਨ ਚਾਹੁੰਦਾ ਕਿ ਤੁਹਾਡੇ ਜਿਤਨੇ ਵੀ ਮੁਲਾਕਾਤ ਵਾਲੇ ਸੈਨਿਕ ਨੇ ਆਰਮੀ ਦੇ ਅੰਦਰ, ਪੈਰਾ ਮਿਲਟਰੀ ਫੋਰਸ, ਉਹਨਾਂ ਨੂੰ ਇਹ ਵੀਡੀਓ ਤੁਸੀਂ ਜ਼ਰੂਰ ਫਾਰਵਰਡ ਕਰਨਾ। ਦੇਖੋ, ਜਦ ਦੇਸ਼ ਆਜ਼ਾਦ ਹੋਇਆ ਸੀ ਉਸ ਤੋਂ ਪਹਿਲੇ ਅੰਗਰੇਜ਼ਾਂ ਨੇ ਸਾਨੂੰ ਦਬਾਣ ਕਰਕੇ ਇਹ ਪੂਰਾ ਵਿਵਸਥਾ ਬਣਾਈ ਸੀ। ਇਹ ਜਿਹੜੀ ਵਰਦੀਆਂ ਨੇ ਸਾਨੂੰ ਦਬਾਉਂਦੇ ਸੀ। ਹੁਣ ਦੇਸ਼ ਆਜ਼ਾਦ ਹੈ। ਹੁਣ ਦੁਨੀਆ ਦੀ ਸਮਾਰਟ ਪੁਲਿਸ ਕਹਿੰਦੀ ਹੈ ਸਾਨੂੰ ਹਥਿਆਰ ਨਹੀਂ ਚਾਹੀਦੇ, ਸਾਨੂੰ ਸਮਾਜ ਦੀ ਸੇਵਾ ਕਰਨੀ ਹੈ। ਇੱਥੇ ਕੀ ਹੋ ਰਿਹਾ? ਉਹ ਇਹ ਤਿੰਨੋਂ ਨਾਗ ਫਿਰ ਕਹਿ ਰਿਹਾ ਨਰਿੰਦਰ, ਅਮਿਤ, ਗੌਤਮ, ਇਹ ਚਾਹੁੰਦੇ ਨੇ ਇਹਨੂੰ ਦਬਾ ਕੇ ਰੱਖੇ ਦੇਸ਼ ਦੀ ਜਨਤਾ ਨੂੰ। ਹੁਣ ਦੇਸ਼ ਦੀ ਜਨਤਾ ਸਮਝ ਗਈ ਹੈ ਕਿ ਸਾਡੇ ਹੱਥੋਂ ਸਾਰੀ ਤਾਕਤ ਗਈ ਹੈ। ਅਸੀਂ ਵੋਟ ਪਾਇਆ ਤਾਂ ਉਸ ਕੋਲ ਤਾਕਤ ਆਈ। ਬਿਲਕੁਲ, ਇਹ ਸਾਡੀ ਗਲਤੀ ਹੋ ਗਈ ਕਿ ਅਸੀਂ ਉਹਦੇ ਬੰਦਾ ਨੂੰ ਨਾ ਵੇਖਿਆ। ਉਹਦੇ ਯਸਮੈਨ ਆ ਗਏ 303 ਚੋਂ 290 ਬੰਦੇ ਤਾਂ ਉਹਦੇ ਯਸਮੈਨ ਨੇ, 12-13 ਬੰਦੇ ਨੇ ਉਹਨਾਂ ਨੂੰ ਉਹਨੇ ਸਾਈਡ ਕਰ ਦਿੱਤਾ ਹੈ। ਇਹ ਵਨ ਮੈਨ ਸ਼ੋਅ ਹੈਗਾ। ਸਾਰਾ ਪੈਸਾ ਔਰ ਨਾਲ ਸੱਤਾ ਦੇ ਬਲ ਤੇ ਇਹ ਸਮਾਜ ਨੂੰ ਪੇਟ ਨਾਲ ਸੋਚਣ ਕਰਕੇ ਮਜਬੂਰ ਕਰ ਰਹੇ ਨੇ ਕਿ ਤੁਸੀਂ ਪੇਟ ਨਾਲ ਸੋਚੋ, ਤੁਸੀਂ ਹੱਥ ਜੋੜ ਲਿਓ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਤੁਸੀਂ ਤਾਂ ਸਾਡੇ ਬਿੱਲ ਵਾਪਸ ਲੈ ਲਓ। ਇਹ ਪਰਿਸਥਿਤੀ ਬਣਾ ਰਹੇ ਨੇ, ਇਹ ਥਕਾ ਰਹੇ ਨੇ। ਇਹਨਾਂ ਨੇ 21 ਮਹੀਨੇ ਜਦ ਐਮਰਜੈਂਸੀ ਦੇ ਅੰਦਰ ਘਾਟ ਦਾ ਪਾਣੀ ਪੀਤਾ। ਇਹਨਾਂ ਤੇ ਕਾਂਗਰਸੀਆਂ ਨੇ ਬੜਾ ਕਹਿਰ ਵਰਸਾਇਆ ਸੀ ਇਹਨਾਂ ਤੇ। ਤਾਂ ਇਹਨਾਂ ਦੇ ਅੰਦਰ ਬੜੀ ਪ੍ਰਤੀਸ਼ੋਧ ਦੀ ਭਾਵਨਾ ਹੈ, ਮਤਲਬ ਜਵਾਲਾ ਹੈ। ਇਹਨਾਂ ਦਾ ਬਿਲਕੁਲ ਸਿਧਾਂਤ ਹੈ ਖੂਨ ਦਾ ਬਦਲਾ ਖੂਨ। ਦੇਖੋ, ਸਾਡਾ ਵੀ ਖੂਨ ਬਿਖਰਾ। 47 ਦੇ ਅੰਦਰ ਦੇਸ਼ ਆਜ਼ਾਦ ਹੋਇਆ, ਸਾਡੇ ਪੁਰਖੇ ਮਾਰੇ ਗਏ, ਪਰ ਅਸੀਂ ਕਹਿੰਦੇ ਹਾਂ ਹੋਰ ਕਿਸੇ ਦੇ ਨਾ ਮਾਰੇ ਜਾਵੇ। ਉਹ ਜ਼ਮਾਨਾ ਹੋਰ ਸੀ ਬੈਲ ਗਾੜੀ ਦੇ ਬੈਰਿੰਗ ਦਾ, ਹੁਣ ਜ਼ਮਾਨਾ ਹੈ ਡਰੋਨ ਦੇ ਬੈਰਿੰਗ ਦਾ। ਅਗਰ ਅਸੀਂ ਅਪਡੇਟ ਕਰਾਂਗੇ ਤਾਂ ਮੈਂ ਤੁਹਾਨੂੰ ਵੀ ਪ੍ਰਾਰਥਨਾ ਕਰਨ ਚਾਹੁੰਦਾ ਕਿ ਤੁਸੀਂ ਇਹ ਪ੍ਰਸ਼ਨ ਹੁਣ ਕਿਸੇ ਕੋਲ ਨਾ ਕਰੋ ਕਿ ਦੇਖੋ ਇਹ ਸਾਰੇ ਇੱਥੇ ਸਾਰੇ ਅਲੱਗ-ਅਲੱਗ ਧਰਮਾਂ ਦੇ। ਹੁਣ ਉਹ ਧਰਮਾਂ ਵਾਲੀ ਗੱਲ ਰਹੀ ਨਹੀਂ। ਹੁਣ ਸੰਸਾਰ ਦੇ ਅੰਦਰ ਦੇਖੋ ਇਹ ਗਲੋਬਲ ਵਿਲੇਜ ਬਣ ਚੁੱਕਿਆ। ਹੁਣ ਤਾਂ ਇਨਸਾਨੀਅਤ ਦੀ ਗੱਲ ਕਰੀ ਅਸੀਂ। ਇਹਨਾਂ ਨੂੰ ਕਰਨ ਦਿਓ। ਜਿਹੜਾ ਇਹ ਨੈਰੇਟਿਵ ਚਲਾ ਰਿਹਾ ਨਾ ਗੋਦੀ ਮੀਡੀਆ, ਇਹਨਾਂ ਨੂੰ ਚਲਾਉਣ ਦਿਓ। ਅਸੀਂ ਤਾਂ ਬਿਲਕੁਲ ਸਾਫ਼ ਗੱਲ ਕਰੋ ਕਿ ਅਸੀਂ ਦੁਨੀਆ ਨੂੰ ਖੂਬਸੂਰਤ ਬਣਾਉਣਾ, ਸਾਡੀ ਭਾਰਤ ਦੀ ਕੀ ਭੂਮਿਕਾ ਹੋ ਸਕਦੀ ਹੈ। ਸਾਡਾ ਕਿਸਾਨ ਮਜ਼ਬੂਤ ਹੋਏਗਾ ਤਾਂ ਦੇਸ਼ ਮਜ਼ਬੂਤ ਹੋਏਗਾ। ਦੇਸ਼ ਮਜ਼ਬੂਤ ਹੋਏਗਾ ਤਾਂ ਇਹ ਵਸੁਦੇਵ ਕੁਟੁੰਬਕਮ ਨਾਰਾ ਹੋਰ ਕੌਣ ਦੇ ਸਕਦਾ ਭਾਰਤ ਦੇ ਇਲਾਵਾ? ਦੱਸੋ ਆਪ। ਇਹ ਮੈਂ ਸੂਰਜ ਦੀ ਕਿਰਨਾਂ ਨੂੰ ਪਾ ਰੱਖਾ। ਇਹ ਕਹਿੰਦੇ ਨੇ ਹਿੰਦੂ ਹੈ। ਹਿੰਦੂ ਦਾ ਮਤਲਬ ਹੁੰਦਾ ਹੈ ਮਨ, ਵਚਨ, ਕਰਮ ਨੂੰ ਇਕਤਾ ਦੇ ਸੂਤਰ 'ਚ ਬੱਧਣ ਵਾਲਾ। ਇਹ ਬੱਧ ਰਹੇ ਨੇ? ਇਹ ਤਾਂ ਹਿੰਸਕ ਪਸ਼ੂ ਹੋ ਰਹੇ ਨੇ। ਇਹ ਹਿੰਦੂ ਕਿੱਥੇ ਨੇ? ਮੈਂ ਤਾਂ ਹਿੰਦੂ ਨਾਲ ਜਦੋਂ ਅਸੀਂ ਸੰਵਾਦ ਕਰਦੇ ਹਾਂ ਨਾ, ਅਸਲ ਹਿੰਦੂ ਵੀਰ ਜਿਹੜੇ ਹੈਗੇ ਨੇ, ਹਰ ਧਰਮ ਹਰ ਵਰਗ, ਮੈਂ ਪਹਿਲਾਂ ਵੀ ਕਹਿੰਦਾ ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਨੂੰ ਗਲਤ ਪਾਸੇ ਵੀ ਲੈ ਜਾਂਦੇ ਨੇ, ਸਾਰੇ ਸਾਡੇ ਵਾਸਤੇ ਸਤਿਕਾਰਯੋਗ ਨੇ। ਪਰ ਭਗਵੇਂ ਕਰਨ ਦੀ ਰਾਜਨੀਤੀ ਕਰਨ ਵਾਲੇ ਕੁਝ ਚੰਦ ਬੰਦੇ
ਜਿਹੜੇ ਅਜੇ ਵੀ ਇਹ ਏਜੰਡਾ ਲੈ ਕੇ ਚੱਲ ਰਹੇ ਨੇ ਕਿ 2025 ਦੇ ਵਿੱਚ ਆਰਐਸਐਸ ਦੇ 100 ਸਾਲ ਪੂਰੇ ਹੋਣੇ ਨੇ ਤੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਆ। ਉਹ ਜਿਹੜੇ ਚੰਦ ਬੰਦੇ ਹੈ ਨੇ ਜਿਹੜੇ ਆਪਣੇ ਆਪ ਨੂੰ ਕੱਟੜਵਾਦੀ ਹਿੰਦੂ ਜਾਂ ਬ੍ਰਾਹਮਣ ਮਨੂਵਾਦੀ ਸੋਚ ਦੇ ਦੱਸਦੇ ਨੇ, ਉਹਨਾਂ ਦੀ ਸੋਚ ਕਰਕੇ ਸਾਰਾ ਹਿੰਦੂਵਾਦੀ ਤਬਕਾ ਬਦਨਾਮ ਹੁੰਦਾ ਹੈ। ਇਸ ਦੇ ਵਿੱਚ ਕੋਈ ਦੁਰਾਹੇ ਨਹੀਂ। ਤੁਹਾਨੂੰ ਲੱਗਦਾ ਕਿ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਹਾਂ ਇਹਦੇ ਵਿੱਚ ਕੋਈ ਦੁਰਾਹਾ ਹੈ, ਕੋਈ ਗਲਤ ਹੈ ਇਹਦੇ ਵਿੱਚ ਗੱਲ? ਹਾਂਜੀ, ਦੇਖੋ 1885 ਦੇ ਅੰਦਰ ਕਾਂਗਰਸ ਦੀ ਸਥਾਪਨਾ ਹੋਈ ਸੀ। ਇਹ ਉਹ ਹਿਊਮ ਨੇ ਕੀਤੀ ਸੀ, ਇੱਕ ਫੋਰਨ ਦਾ ਬੰਦਾ ਸੀ, ਵਿਦੇਸ਼ੀ ਹੁੰਦਾ ਸੀ। 1905 ਦੇ ਅੰਦਰ ਹੈਡਗੇਵਾਰ ਨੇ ਆਰਐਸਐਸ ਦੀ ਸਥਾਪਨਾ ਕੀਤੀ। ਉਹ ਤਾਂ ਕੱਟੜ ਕਾਂਗਰਸੀ ਸੀ। ਉਹਨੇ ਕਿਹਾ ਸੀ ਇੱਕ ਦਿਨ ਆਏਗਾ ਮੈਂ ਇਸ ਕਾਂਗਰਸ ਨੂੰ ਨੈਸਤਨਾਬੂਦ ਕਰ ਦਿਆਂਗਾ। ਇਹ ਸੁਪਨਾ ਕਦ ਦੇਖਿਆ ਉਸਨੇ? 1905 ਚ। ਉਹ ਸੁਪਨਾ ਪੂਰਾ ਕਦ ਹੋਇਆ? 2014 ਚ। ਕਿੰਨੇ ਸਾਲ ਇਹਨਾਂ ਨੇ ਤਕਲੀਫਾਂ ਝੇਲੀਆਂ ਕਾਂਗਰਸ ਦੀਆਂ। ਇਹਨਾਂ ਦੇ ਅੰਦਰ ਤਾਂ ਉਹੀ ਚੱਲ ਰਿਹਾ ਪ੍ਰਤੀਸ਼ੋਧ ਵੀਰ ਜੀ। ਲੇਕਿਨ ਮੈਂ ਕਹਿੰਦਾ ਜਨਤਾ ਨੇ ਇਹਨਾਂ ਨੂੰ ਇਤਨਾ ਪਿਆਰ ਦਿੱਤਾ ਸੀ, ਅਗਰ ਇਹ ਸਹੀ ਕੰਮ ਕਰਦੇ, ਨਾਲ ਬੱਚਿਆਂ ਤੇ ਫੋਕਸ ਕਰਦੇ, ਉਹਨਾਂ ਨੂੰ ਸਕਿਲਡ ਕਰਦੇ, ਸੁੰਦਰ ਪਿਚਾਈ ਵਾਲੀ ਘਰ ਬਣਾਉਂਦੇ ਤਾਂ ਹਰ ਬੱਚਾ 5-5 ਕਰੋੜ ਰੁਪਏ ਰੋਜ਼ ਕਮਾ ਸਕਦਾ। ਲੇਕਿਨ ਬੇਸਿਕ ਕੀ ਹੈ, ਪਹਿਲੇ ਸਾਡੇ ਕਿਸਾਨ ਨੂੰ ਮਜ਼ਬੂਤ ਬਣਾਉਣਾ ਪਏਗਾ, ਕਿਉਂਕਿ ਇਹ ਭਾਰਤ ਦੀ ਆਤਮਾ ਹੈ। ਇਸ ਤੋਂ ਜ਼ਿਆਦਾ ਪਵਿੱਤਰਤਾ ਨਾਲ ਧਨ ਕੋਈ ਪੈਦਾ ਨਹੀਂ ਕਰ ਸਕਦਾ ਧਰਤੀ ਤੇ। ਉਹ ਧਰਤੀ ਦੀ ਕੋਖ ਚੋਂ ਫਸਲਾਂ ਨੂੰ ਲਹਿਲਾਉਂਦਾ। ਉਹ ਜਦ ਤੱਕ ਪਵਿੱਤਰਤਾ ਨਹੀਂ ਰੱਖੇਗਾ, ਪ੍ਰਕਿਰਤੀ ਨਾਲ ਪਿਆਰ ਨਹੀਂ ਕਰੇਗਾ, ਉਹ ਫਸਲ ਪੈਦਾ ਹੋ ਹੀ ਨਹੀਂ ਸਕਦੀ। ਵੀਰ ਜੀ ਕਿੰਨਾ ਕਠਿਨ ਕੰਮ ਹੈਗਾ। ਦੁਨੀਆ ਦੀ ਸਾਰੀ ਚੀਜ਼ਾਂ ਦੀ ਕੀਮਤ ਜੇ ਰਹੇ ਵੇਚਣ ਵਾਲੇ ਤੈਅ ਕਰ ਰਹੇ, ਕਿਸਾਨ ਦੀ ਫਸਲ ਦੀ ਕੀਮਤ ਅੱਜ ਵੀ ਖਰੀਦਣ ਵਾਲਾ ਤੈਅ ਕਰ ਰਿਹਾ। ਇਹ 10 ਰੁਪਏ ਟਮਾਟਰ ਵਿਕ ਰਿਹਾ, ਉਹਦੇ ਮਾਲ ਦੇ ਅੰਦਰ ਜਾ ਕੇ 100 ਰੁਪਏ ਵਿਕ ਰਿਹਾ, 200 ਰੁਪਏ ਵਿਕ ਰਿਹਾ, ਲਹਿਸੁਨ 400 ਰੁਪਏ ਵਿਕ ਰਿਹਾ। ਇਹ ਤਾਂ ਬਿਲਕੁਲ ਮਾਰਕੀਟਿੰਗ ਦੇ ਜ਼ਰੀਏ ਇਹ 2-4 ਬੰਦਾਂ ਨੂੰ ਸਰਸਬਜ ਕਰਕੇ ਦੇਸ਼ ਦੀ ਰੀੜ ਨੂੰ ਖਤਮ ਕਰਨ ਚਾਹੁੰਦੇ ਨੇ। ਇਹਨਾਂ ਦਾ ਬਿਲਕੁਲ ਲੌਜਿਕ ਠੀਕ ਹੈ, ਵੋਟਾਂ ਦਾ ਧਰੁਵੀਕਰਨ ਕਰਨਾ। ਇਹਨਾਂ ਨੇ ਸੱਤਾ ਤੇ ਕਾਬਿਜ਼ ਰਹਿਣ ਦਾ ਇਹਨਾਂ ਦਾ ਸੁਪਨਾ ਹੈ, ਕੋਈ ਇਹਨਾਂ ਦੀ ਸਮਾਜ ਸੇਵਾ ਦੀ ਭਾਵਨਾ ਨਹੀਂ ਹੈ। ਲੀਡਰਸ਼ਿਪ ਮੈਂ ਕਹਿੰਦਾ ਭਾਰਤ ਦੇ ਅੰਦਰ ਹੁਣ ਤੱਕ ਲੀਡਰਸ਼ਿਪ ਆਈ ਨਹੀਂ ਹੈ। ਇਹ ਜਿਹੜੇ ਸਾਰੇ ਮੈਨੇਜਰ ਨੇ, ਜਿਸ ਦਿਨ ਭਾਰਤ ਦੇ ਅੰਦਰ ਲੀਡਰਸ਼ਿਪ ਆ ਗਈ, ਤੁਸੀਂ ਲਿਖ ਲਿਓ ਵੀਰ ਜੀ, ਇਹ ਯੁਵਾ ਭਾਰਤ ਪੂਰੀ ਦੁਨੀਆ ਦੀ ਲੀਡਰਸ਼ਿਪ ਕਰੇਗਾ। ਬਿਲਕੁਲ ਜੀ, ਐਗਰੀ ਹਾਂ ਤੁਹਾਡੇ ਨਾਲ। ਯੁਵਾ ਭਾਰਤ ਪੂਰੀ ਦੁਨੀਆ ਦੀ ਲੀਡਰਸ਼ਿਪ ਜ਼ਰੂਰ ਕਰੇਗਾ। ਪਰ ਮੇਰਾ ਸਵਾਲ ਉੱਥੇ ਹੈ ਕਿ 2025 ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਆਰਐਸਐਸ ਵੱਲੋਂ ਅੰਦਰ ਖਾਤੇ, ਉਹਦੇ ਵਿੱਚ ਤੁਹਾਨੂੰ ਕਿੰਨੀ ਕੀ ਸੱਚਾਈ ਲੱਗਦੀ ਹੈ? ਉਹ ਦੇਖੋ, ਉਹ ਮੁਮਕਿਨ ਤਾਂ ਕਦੀ ਹੋ ਹੀ ਨਹੀਂ ਸਕਦਾ। ਅਸੀਂ ਬੈਠੇ ਹਾਂ, ਪਰ ਉਹ ਭਗਵੇਂ ਕਰਨ ਦੀ ਗੰਦੀ ਰਾਜਨੀਤੀ ਚੱਲ ਰਹੀ ਹੈ। ਇੱਕ ਪਾਸੇ ਆਪਣੀ ਆਰਐਸਐਸ ਫੌਜ ਤਿਆਰ ਕਰਦੀ ਹੈ, ਦੂਸਰੇ ਪਾਸੇ ਸਾਡੇ ਜਿਹੜੇ ਸਰਹੱਦਾਂ ਉੱਤੇ ਫੌਜੀ ਲੜ ਰਹੇ ਨੇ ਉਹਨਾਂ ਦੇ ਨਾਲ ਕੰਪੇਅਰ ਕਰਦੀ ਹੈ ਕਿ ਅਸੀਂ ਚਾਹੁੰਦੇ, ਜਦੋਂ ਕਿਹਾ ਜਾਂਦਾ ਹੈ ਕਿ ਜਾਓ ਦੇਖਦੇ ਹਾਂ ਤੁਹਾਡੇ ਤਿਲਾਂ 'ਚ ਕਿੰਨਾ ਕੀ ਤੇਲ ਆ, ਉਦੋਂ ਨਾ ਫਿਰ ਧੋਤੀਆਂ ਦਿਖਦੀਆਂ ਨੇ, ਨਾ ਟੋਪੀਆਂ ਦਿਖਦੀਆਂ ਨੇ, ਤੇ ਨਾ ਕੱਛੀਆਂ ਦਿਖਦੀਆਂ ਨੇ, ਨਾ ਡੰਡੇ ਦਿਖਦੇ ਨੇ। ਮਤਲਬ ਇਹ ਜਿਹੜੀ ਚੀਜ਼ ਹੈ, ਕਿਉਂਕਿ ਬਹੁਤ ਘੱਟ ਹਿੰਦੂ ਵੀਰ ਅਜਿਹੇ ਨੇ ਜਿਹਨਾਂ ਦੀਆਂ ਜ਼ਮੀਰਾਂ ਜਾਗਦੇ ਨੇ, ਜਿਹੜੇ ਹਿੱਕ ਠੋਕ ਕੇ ਸੱਚ ਨੂੰ ਸੱਚ, ਸਹੀ ਨੂੰ ਸਹੀ ਕਹਿੰਦੇ ਨੇ, ਗਲਤ ਨੂੰ ਗਲਤ ਕਹਿੰਦੇ ਨੇ। ਇਸ ਕਰਕੇ ਮੈਂ ਤੁਹਾਨੂੰ ਪੁੱਛਿਆ, ਕਿਉਂਕਿ ਦੇਖੋ ਭਗਮਾ ਰੰਗ ਜਿੰਨੇ ਪਾਇਆ ਹੋਵੇ ਨਾ, ਉਹਨੂੰ ਦੇਖਦੇ ਹੀ ਸਭ ਤੋਂ ਪਹਿਲਾਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਭਗਮਾ ਏਜੰਡਾ ਆਉਂਦਾ। ਤੇ ਇਹ ਭਗਵੇਂ ਏਜੰਡੇ ਕਿਤੇ ਨਾ ਕਿਤੇ ਸ਼ਿਵ ਸੈਨਾ, ਆਰਐਸਐਸ ਵਰਗੀਆਂ ਜਿਹੜੀਆਂ ਜਥੇਬੰਦੀਆਂ ਨੇ ਨਾ, ਉਹਨਾਂ ਨੇ ਬਿਠਾਏ ਨੇ। ਤੇ ਤੁਹਾਡੇ ਹੁਣ ਪ੍ਰਸ਼ਨਾਂ 'ਚ ਬਹੁਤ ਪ੍ਰਸ਼ਨ ਲੱਗ ਗਏ ਇਕੱਠੇ। ਸਾਰਾ ਤੋਂ ਪਹਿਲੇ ਤਾਂ ਰੰਗਾਂ ਦੀ ਭਾਸ਼ਾ ਨੂੰ ਸਮਝੀਏ। ਬਿਲਕੁਲ। ਜਲ ਸਫੇਦ, ਪ੍ਰਥਵੀ ਪੀਲਾ, ਆਕਾਸ਼ ਨੀਲਾ, ਵਾਯੂ ਧੁਮਰਮੇਘ, ਅਗਨੀ ਲਾਲ। ਇਹ ਅਗਨੀ ਜਿਹੜਾ ਸੂਰਜ ਹੈਗਾ, ਇਹ ਉਦੈ ਹੁੰਦੇ ਸਮੇਂ ਔਰ ਅਸਤ ਹੁੰਦੇ ਸਮੇਂ ਸਾਨੂੰ ਦਿਖਦਾ ਉਦੈ ਹੋ ਰਿਹਾ, ਅਸਤ ਹੋ ਰਿਹਾ। ਐਕਚੁਅਲ ਤਾਂ ਧਰਤੀ ਘੂਮ ਰਹੀ ਹੈ। ਬਿਲਕੁਲ। ਉਹ ਐਂਗਲ ਬਣਾਉਂਦੀ ਆਪਣੀ ਊਰਜਾ ਨਾਲ। ਓਕੇ, ਤਾਂ ਇਹ ਜਿਹੜਾ ਸੂਰਜ ਹੈਗਾ, ਇਹ ਸੰਸਾਰ ਨੂੰ ਪ੍ਰਕਾਸ਼ਿਤ ਕਰਦਾ ਹੈ। ਉਹ ਢੂੰਡ ਰਿਹਾ ਅੱਜ ਤੱਕ ਕਿ ਵੀ ਅੰਧੇਰਾ ਕਿੱਥੇ ਹੈ। ਅੱਜ ਤੱਕ ਉਸ ਨੂੰ ਅੰਧੇਰਾ ਲੱਭਿਆ ਨਹੀਂ, ਔਰ ਉਹਨੂੰ ਮਿਲੇਗਾ ਵੀ ਨਹੀਂ ਕਦੀ ਅੰਧੇਰਾ, ਕਿਉਂਕਿ ਪ੍ਰਕਾਸ਼ ਦੇ ਸਾਹਮਣੇ ਅੰਧੇਰਾ ਟਿਕ ਨਹੀਂ ਸਕਦਾ। ਇਹ ਕੀ ਕਰ ਰਹੇ ਨੇ ਵੀਰ ਜੀ? ਇਹ ਵੋਟਾਂ ਦਾ ਧਰੁਵੀਕਰਨ ਕਰ ਰਹੇ ਨੇ, ਜੋ ਕਾਂਗਰਸ ਕਰਦੀ ਸੀ। ਕਾਂਗਰਸ ਨੇ ਵੀ ਇਹੀ ਕੀਤਾ। ਸਾੜੀ ਤੇ, ਮੁਰਗੇ ਤੇ, ਦਾਰੂ ਦੀ ਬੋਤਲ ਤੇ, ਪਾਇਜੇਬ ਤੇ ਕੁਝ ਪੈਸਿਆਂ ਨਾਲ ਵੋਟ ਖਰੀਦਦੇ ਸੀ। ਉਹਨਾਂ ਨੇ ਅਗਰ ਸਮਾਜ ਨੂੰ ਅਵੇਅਰ ਕੀਤਾ ਹੁੰਦਾ ਕਿ ਸਾਡੇ ਵੋਟ ਦੀ ਸ਼ਕਤੀ ਕੀ ਹੈ, ਇਹਨਾਂ ਨੂੰ ਮੌਕਾ ਮਿਲਦਾ? ਬਿਲਕੁਲ ਨਾ ਮਿਲਦਾ। ਇਹ ਉਹਦੇ ਪ੍ਰਤੀਸ਼ੋਧ ਦੇ, ਇਹ ਸਾਰਾ ਖੇਲ ਪ੍ਰਤੀਸ਼ੋਧ ਤੋਂ ਪੈਦਾ ਹੋਇਆ। ਲੋਕ ਥੱਕ ਗਏ ਉਹਨਾਂ ਕੋਲੋਂ ਕਿ ਇਹ ਤਾਂ ਕੁਝ ਵੀ ਨਹੀਂ ਕਰਦੇ, ਸਮਾਜ ਮਾਰੇ। ਇਹਨਾਂ ਨੇ, ਉਹ ਤਾਂ ਚੋਰ ਸੀ, ਇਹ ਤਾਂ ਡਕੈਤ ਨੇ ਵੀਰ ਜੀ। ਇਹ ਤਾਂ ਮਤਲਬ ਸਾਰੇ ਦੇਸ਼ ਨੂੰ ਇਸ ਸਥਿਤੀ 'ਚ ਪਹੁੰਚਾ ਰਹੇ ਹਨ। ਦੇਖੋ 2014 ਤੱਕ ਮੇਰੇ ਉੱਤੇ, ਮੈਂ ਅੱਜ ਤੱਕ ਜ਼ਿੰਦਗੀ 'ਚ 1 ਰੁਪਇਆ ਕਿਸੇ ਕੋਲ ਨਾ ਮੰਗਿਆ ਨਾ ਕਰਜ਼ਾ ਲਿਆ ਕਿਸੇ ਬੈਂਕ ਕੋਲੋਂ। ਮੇਰੇ ਉੱਤੇ 55,000 ਦਾ ਕਰਜ਼ਾ ਕਾਂਗਰਸ ਛੋੜ ਕੇ ਗਈ 2014 'ਚ। ਠੀਕ ਹੈ, ਹੁਣ 2020 ਚੱਲ ਰਿਹਾ, ਹੁਣ ਮੇਰੇ ਤੇ 1,10,000 ਦਾ ਕਰਜ਼ਾ ਹੋ ਗਿਆ। ਭਾਰਤ ਸਰਕਾਰ ਦੇ ਤਰਫ ਤੁਹਾਡੇ ਤੇ ਮੇਰੇ ਤੇ ਐਦੇ ਜਿਤਨੇ ਖੜੇ ਆਏ ਅਸੀਂ, ਜਿਤਨਾ ਰੋਡ ਤੇ ਘੁੰਮ ਰਿਹਾ ਬਿਖਾਰੀ ਹੈ, ਜੋ ਰਾਜਾ ਹੈ, ਸਾਰਾ ਤੇ ਪਰ ਯੂਨਿਟ ਦੇ ਹਿਸਾਬ ਨਾਲ 1,10,000 ਦਾ ਤੁਹਾਡੇ ਉੱਤੇ ਕਰਜ਼ਾ ਹੋ ਚੁੱਕਿਆ। ਓਕੇ, ਹੁਣ ਉਹਦਾ ਜ਼ਿੰਮੇਦਾਰ ਕੌਣ ਹੈ? ਇਹੀ ਤਾਂ ਲੋਕ ਨੇ ਨਾ। ਅਸੀਂ ਗੈਰ ਜ਼ਿੰਮੇਦਾਰ ਲੋਕਾਂ ਨੂੰ ਆਪਣਾ ਵੋਟ ਪਾ ਕੇ ਉੱਥੇ ਬਿਠਾ ਦਿੱਤਾ। ਇਹਨਾਂ ਦੇ ਗਿਆਨ ਸਰੋਤ ਕੀ ਹਨ ਪੁੱਛੋ ਤਾਂ ਸਹੀ ਨਾ ਕੋਲ। ਇਹ ਸਾਡਾ ਲੋਕ ਸਭਾ ਦਾ ਸਪੀਕਰ ਹੈਗਾ, ਉਹਦੀ ITR ਤੁਸੀਂ ਚੈੱਕ ਕਰੋ। ਉਹ ਆਪਣੀ ਬੱਚੀ ਦੀ ਸ਼ਾਦੀ ਤੇ 30 ਕਰੋੜ ਖਰਚ ਕਰ ਰਿਹਾ ਸੀ ਕੈਟਰਿੰਗ ਦਾ, ਬੰਬੇ ਦੇ ਅੰਦਰ।
ਬਾਂਗੜ ਸੀਮੈਂਟ ਵਾਲੇ ਨਾਲ ਉਹਦੀ ਲੜਕੇ ਦਾ ਵਿਆਹ ਹੋਇਆ 30 ਕਰੋੜ ਦੀ ਕੈਟਰਿੰਗ ਸੀ ਕੈਟਰਿੰਗ ਖਾਣੇ ਪੀਣੇ ਦਾ 30 ਕਰੋੜ ਪੁੱਛ ਭਾਈ ਤੇਰੇ ਕੋਲ ਕਿੱਥੋਂ ਆਇਆ ਕੌਣ ਪੁੱਛੇਗਾ ਇਹਨਾਂ ਕੋਲੋਂ ਉਹ ਈਡੀ ਆਏਗੀ ਇਨਕਮ ਟੈਕਸ ਆਏਗੀ ਉਹ ਤਾਂ ਉਹਨਾਂ ਤੇ ਆਏਗੀ ਜਿਹੜੇ ਤੁਸੀਂ ਕਹਿੰਦੇ ਹੋ ਇਹ ਗਲਤ ਹਨ ਉਹ ਤੁਹਾਡੇ ਤੇ ਛਾਪੇ ਮਾਰੇਗੀ ਝੂਠੇ ਸੱਚੇ ਤੋਂ ਨਹੀਂ ਈਡੀ ਰੱਖੀ ਹੋਈ ਹੈ ਇਹਨਾਂ ਨੇ ਆੜਤੀਆਂ ਵਾਸਤੇ ਉਹਨਾਂ ਬਿਜ਼ਨਸਮੈਨਾਂ ਵਾਸਤੇ ਜਿਹੜੇ ਇਸ ਕਿਸਾਨੀ ਸੰਘਰਸ਼ ਨੂੰ ਸਪੋਰਟ ਕਰ ਰਹੇ ਨੇ ਈਡੀ ਉੱਥੇ ਆ ਕੇ ਛਾਪੇ ਮਾਰੇਗੀ। ਅੰਤ ਦੇ ਵਿੱਚ ਮੈਂ ਇੱਕ ਕੁਐਸਚਨ ਜ਼ਰੂਰ ਕਰਨਾ ਚਾਹਾਂਗਾ ਕਿ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ ਅਸੀਂ ਸੰਘਰਸ਼ ਇਹ ਜਿੱਤ ਚੁੱਕੀਆਂ ਪ੍ਰਾਪਤੀਆਂ ਅਸੀਂ ਹੋਰ ਕੀ ਲੈ ਕੇ ਜਾਂਦੇ ਹਾਂ ਉਹ ਦੇਖਣੀਆਂ ਬਾਕੀ ਨੇ ਪਰ ਜੋ ਕਿਸਾਨ ਆਗੂ ਅੱਗੇ ਲੱਗੇ ਹੋਏ ਨੇ ਜਿਸ ਤਰੀਕੇ ਨਾਲ ਸਟ੍ਰੈਟੇਜੀਜ਼ ਅਪਣਾ ਰਹੀਆਂ ਨੇ ਸਰਕਾਰਾਂ ਮੀਟਿੰਗ ਕਰਦੀਆਂ ਨੇ ਕੁਝ ਚੀਜ਼ਾਂ ਮੰਨਦੀਆਂ ਨੇ ਅਮੈਂਡਮੈਂਟ ਵਾਸਤੇ ਤਿਆਰ ਨੇ ਰੱਦ ਕਰਨ ਨੂੰ ਤਿਆਰ ਨਹੀਂ ਤੁਹਾਨੂੰ ਕੀ ਲੱਗਦਾ ਕਿ ਸਰਕਾਰਾਂ ਦੀ ਅਸਲ ਰਣਨੀਤੀ ਕੀ ਚੱਲ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਇਹ ਸ਼ੱਕ ਹੈ ਕਿ ਕਿਸਾਨਾਂ ਵੱਲੋਂ ਇੱਕ ਗਲਤੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਐਕਚੁਅਲ ਵੀਰ ਜੀ ਸਰਕਾਰ ਨਹੀਂ ਹੈ ਤੁਸੀਂ ਹਿੰਮਤ ਨਾਲ ਕਹੋ ਇੱਕ ਪ੍ਰਾਈਵੇਟ ਕੰਪਨੀ ਹੈ ਉਹ ਨਰਿੰਦਰ ਅਮਿਤ ਗੌਤਮ ਅਡਾਨੀ ਕੰਪਨੀ ਉਹ ਕੰਪਨੀ ਕੀ ਕਰ ਰਹੀ ਹੈ ਉਹਨਾਂ ਨੂੰ ਸਾਰਾ ਪਤਾ ਹੈ ਲੋਕਾਂ ਨੂੰ ਕਿਸ ਤਰ੍ਹਾਂ ਥਕਾਉਣਾ ਚਾਹੀਦਾ ਠੀਕ ਹੈ ਵੱਡੀ ਵੱਡੀ ਫੋਰਸ ਲਾ ਦੇਗੀ ਇੱਕ ਭੈ ਪੈਦਾ ਕਰਨ ਕਰਕੇ ਤਾਂ ਕਿ ਲੋਕ ਇੱਥੇ ਨਾ ਆਵਣ ਫਿਰ ਕੋਸ਼ਿਸ਼ ਕਰੇਗੀ ਜਿਵੇਂ ਉਹਨਾਂ ਨੇ ਕੀਤਾ मनोहर खट्टर ਨੂੰ खड़ा करके सड़क पटवाइयाँ वाटर कैनिंग कराया फिर तार फेंसिंग कराया फिर गोले बरसवार मतलब इतना घृणित काम कर रहे हैं इतना तो साड़ा लोकतंत्र पूरी दुनिया के अंदर थू थू हो रही वीर जी लोकतंत्र के अंदर सारा तो वड्डी शक्ति होंदी है विपक्ष की विपक्ष की भूमिका च किसान आ गया समझ रहे हो ਇਹ ਸੱਚੇ ਲੋਕਤੰਤਰ ਦੇ ਅਭਿਯੁਦੈ ਦਾ ਪਹਿਲਾ ਸਵਰ ਹੈ ਪਹਿਲੀ ਚਿੰਗਾਰੀ ਹੈ ਐ ਨਾ ਸਮਝੋ ਕਿ ਤੁਹਾਡੀ ਇਹ ਲੜਾਈ ਬਹੁਤ ਲੰਬੀ ਹੋ ਗਈ ਹੈ ਦੇਖੋ 1857 ਤੋਂ 1947 ਤੱਕ ਆਜ਼ਾਦੀ ਦਾ ਅੰਦੋਲਨ ਚਲਾ 90 ਸਾਲ असंख्य धर्मयोद्धा भगत सिंह वर्गे उन्होंने अपने खून नाल आज़ादी ਨੂੰ सींचिया 90 साल तक फिर देश आज़ाद होया तो यह एक शुरुआत है वीर जी यह चिंगारी है ये पक्की गल है लेकिन मैं तुहाडे तरफों दर्शकों को प्रार्थना करना चाहता कि 5 चीज़ां तुहानूं करनियां पैगियां एक तो तुसीं नैशनल मीडिया ਨੂੰ बिल्कुल हाथ जोड़ के स्वागत करो नाल उहदा स्विच ऑफ करो ਉਹ ਜਿਵੇਂ ਟੀਵੀ ਸਕਰੀਨ ਤੇ ਦਿਖ ਕੇ ਗਾਇਬ ਫਾਰਵਰਡ ਕਰ ਦਿਓ ਉਹ ਟੀਆਰਪੀ ਉਹਨਾਂ ਦੀ ਘਟਣੀ ਚਾਹੀਦੀ ਹੈ ਉਹ ਆਪਣੇ ਆਪ ਸਿਸਟਮ 'ਚ ਟੋਟਲ ਬਾਈਕਾਟ ਹਾਂਜੀ ਹਾਂਜੀ ਉਹਨਾਂ ਦਾ ਸਵਾਗਤ ਕਰੋ ਸਾਹਮਣੇ ਤਾਂ ਆਓ ਡਿਪਲੋਮੈਟਿਕ ਤਰੀਕੇ ਨਾਲ ਆਓ ਜੀ ਆਓ ਤੁਸੀਂ ਤਾਂ ਮਹਾਨ ਆਦਮੀ ਹੋ ਜੀ ਅਸੀਂ ਖਾਲਿਸਤਾਨੀ ਆਏ ਆਤੰਕਵਾਦੀ ਆਏ ਪਾਕਿਸਤਾਨੀ ਆਏ ਤੁਹਾਡਾ ਸਵਾਗਤ ਹੈ ਇਹ ਕਰਕੇ ਆਪਣਾ ਵੀ ਰਿਕਾਰਡਿੰਗ ਕਰ ਲਿਓ ਉਹ ਭੇਜੋ ਫਿਰ ਸਪਰੇ ਕਰੋ ਉਹ ਫਿਰ ਨਾਲ ਸੋਸ਼ਲ ਮੀਡੀਆ ਤੇ ਬਿਲਕੁਲ ਪਰਫੈਕਟ ਤਰੀਕੇ ਨਾਲ ਕੀ ਲੜਾਈ ਲੜਨੀ ਹੈ ਉਹ ਮੇਰੇ ਕੋਲ ਸੁਣੋ ਤੁਸੀਂ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਤਨੇ ਮੰਚਾਂ ਤੇ ਸਾਡੇ ਕਿਸਾਨ ਇਹ ਭਾਸ਼ਣ ਦੇ ਰਹੇ ਨੇ ਇਹ ਘੱਟੋ ਘੱਟ ਹਰ ਕਿਸਾਨ 10 ਸਾਲ ਜਿਹੜਾ ਅੰਦੋਲਨ ਨੂੰ ਲੜ ਰਿਹਾ ਉਹਨਾਂ ਨੂੰ ਮੰਚ ਤੇ ਮੌਕਾ ਦੇਣਾ ਚਾਹੀਦਾ ਸਾਡੇ ਵਰਗੇ ਮੌਕਾ ਨਹੀਂ ਦੇਣਾ ਚਾਹੀਦਾ ਕੋਈ ਵੀ ਅਸੀਂ ਗਲਤ ਗੱਲ ਕਹਿ ਜਾਵਾਂਗੇ ਉਹ ਉਹਨਾਂ ਦੇ ਖਾਤੇ ਦਰਜ ਹੋ ਜਾਏਗੀ ਠੀਕ ਹੈ ਪਹਿਲੀ ਗੱਲ ਦੂਜੀ ਗੱਲ ਹੈ ਸੋਸ਼ਲ ਮੀਡੀਆ ਦੀ ਤਾਕਤ ਨੂੰ ਵਧਾਓ ਇਹ ਟਾਈਮ ਹੈ ਬਿਲਕੁਲ ਪ੍ਰੋਪਰ ਟਾਈਮ ਹੈ ਤੀਜਾ ਉਹ ਜਿਤਨੇ ਵੀ ਸਾਡੇ ਨਾਲ ਡਿਬੇਟ ਕਰਦੇ ਰਹੋ ਉਹਨਾਂ ਦੀ ਸਾਰੀ ਰਿਕਾਰਡਿੰਗ ਤੁਸੀਂ ਰੱਖੋ ਕਿਉਂਕਿ ਉਹ ਸਾਡੇ ਨਾਲ ਡਿਪਲੋਮੈਟਿਕ ਤਰੀਕੇ ਨਾਲ ਸਾਮ ਦਾਨ ਦੰਡ ਭੇਦ ਚਾਰੋਂ ਤਰ੍ਹਾਂ ਦੇ ਉਪਯੋਗ ਕਰ ਰਹੇ ਨੇ ਚਾਰੋਂ ਉਹ ਕਿਸੇ ਵੀ ਤਰੀਕੇ ਸਾਡੇ ਜੱਤਾਂ ਨੂੰ ਤੋੜਨ ਚਾਹੁੰਦੇ ਨੇ ਪਰ ਸਾਡੇ ਜੱਥੇ ਵਾਲੇ ਬਹੁਤ ਸਮਝਦਾਰ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਈਆ ਇਹ ਐਕਵਿਟ ਹੋਏਗਾ ਇਹ ਤੁਹਾਡਾ ਰਿਜੈਕਟ ਹੋਏਗਾ ਉਸ ਤੋਂ ਬਾਅਦ ਹੀ ਕੋਈ ਗੱਲ ਹੋਏਗੀ ਐਮਐਸਪੀ ਦੀ ਬਾਅਦ ਵਿੱਚ ਹੋਏਗੀ ਇਹ ਬੜਾ ਸੋਹਣਾ ਨਿਰਣਾ ਹੈ ਨਾਲ 26 ਜਨਵਰੀ ਆ ਰਹੀ ਹੈ ਸਾਡੇ ਕੋਲ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਸਾਡੇ ਸੈਨਿਕ ਵੀ ਸਾਡੇ ਬੱਚੇ ਨੇ ਜਿਹੜੇ ਉੱਥੇ ਪਰੇਡ ਕਰਦੇ ਨੇ 26 ਜਨਵਰੀ ਨੂੰ ਉਹ ਵੀ ਤਾਂ ਸਾਡੇ ਬੱਚੇ ਨੇ ਨਾ ਜੈ ਜਵਾਨ ਜੈ ਕਿਸਾਨ ਦੇਖੋ ਪਹਿਲੇ ਪੁੱਤਰ ਦਾ ਨਾਂ ਆਉਂਦਾ ਪਿੱਛੇ ਪਿਓ ਦਾ ਨਾਂ ਆਉਂਦਾ ਹੁਣ ਜਿਵੇਂ ਚਲੋ ਪੰਜ ਪ੍ਰਧਾਨ ਹੈਗਾ ਇੱਕ ਨਾਂ ਇਹਦਾ ਨਰਿੰਦਰ ਦਾਮੋਦਰ ਦਾਸ ਮੋਦੀ ਹੁਣ ਨਰਿੰਦਰ ਇਹ ਹੈ ਇਹਦੇ ਪਿਓ ਦਾ ਨਾਂ ਕੀ ਹੈ ਦਾਮੋਦਰ ਦਾਸ ਤਾਂ ਪਹਿਲੇ ਕੌਣ ਆਇਆ ਜੈ ਜਵਾਨ ਪਿੱਛੇ ਕੌਣ ਆਇਆ ਜੈ ਕਿਸਾਨ ਤਾਂ ਇਹ ਪੁੱਤਰ ਨੇ ਇਹ ਪਿਓ ਨੇ ਪਿਓ ਪੁੱਤਰ ਦਾ ਰਿਸ਼ਤਾ ਹੈ ਇਹ ਦੋਨੋਂ ਸ਼ੌर्य ਪਰਾਕਰਮ ਵੀਰਤਾ ਸਾਹਸ ਦੇ ਨਾਲ ਸੇਵਾ ਕਰ ਰਹੇ ਹਨ ਦੇਸ਼ ਦੀ ਉਹ ਅੰਨ ਖਵਾ ਰਿਹਾ ਉਹ ਦੇਸ਼ ਦੀ ਸੈਨਾ ਸੁਰੱਖਿਆ ਕਰ ਰਿਹਾ ਅਗਰ ਉਹ ਨਾ ਹੁੰਦਾ ਤਾਂ ਮੈਂ ਇੱਥੇ ਭਾਸ਼ਣ ਦੇ ਸਕਦਾ ਕਦੀ ਨਹੀਂ ਦੇ ਸਕਦਾ ਉਹ ਤੇ ਖੜਾ ਜਵਾਨ ਬਰਫ਼ ਤੇ 0 ਡਿਗਰੀ ਟੈਂਪਰੇਚਰ ਤੇ ਮੈਂ ਇੱਥੇ ਖੁੱਲਾ ਭਾਸ਼ਣ ਕਰ ਸਕਦਾ ਇਹ ਮੈਨੂੰ ਆਜ਼ਾਦੀ ਹੈ ਉਹ ਆਜ਼ਾਦੀ ਮੇਰੀ ਛਿਨ ਜਾਂਦੀ ਜਦੋਂ ਉੱਥੇ ਨਾ ਆਉਂਦਾ ਉਹ ਕੌਣ ਹੈ ਉਹ ਕਿਸਾਨ ਦਾ ਬੇਟਾ ਹੈਗਾ ਤਾਂ ਕਿਸਾਨ ਔਰ ਜਵਾਨ ਮਿਲਣਗੇ ਔਰ ਦੋਨੋਂ ਆਪਣੇ ਸ਼ੌर्य ਦਾ ਪ੍ਰਦਰਸ਼ਨ 26 ਜਨਵਰੀ ਨੂੰ ਕਰਨਗੇ ਆਪਣੇ ਆਪਣੇ ਤਰੀਕੇ ਨਾਲ ਸਾਰੀ ਦੁਨੀਆ ਦੇ ਅੰਦਰ ਸੰਦੇਸ਼ ਜਾਏਗਾ ਔਰ ਇੱਕ ਨਵਾਂ ਲੋਕਤੰਤਰ ਬਣੇਗਾ ਕਿ ਇਸ ਤਰੀਕੇ ਵੀ ਇਹ ਲੜਾਈ ਲੜੀ ਜਾ ਸਕਦੀ ਹੈ ਪ੍ਰੇਮ ਨਾਲ ਵੀ ਦਿਲ जीता जा सकता है वो किन्नी भी कोशिश कर लें जीतेगा वही जिते धर्म है जिते सेवा है जिते शौर्य है पराक्रम है वीरता है नाल नम्रता है जीत इतने ही होनी है पक्की गल देर सवेर शुरुआत हो चुकी है किसान एकता नरेंद्र मोदी किसान एकता मैं चला हो गया एक ले लो थोड़ा भाई संगत कुछ सवाल पूछना चाहती है आपसे बोलो भाई ये जो मोदी 3-3 करोड़ की मूर्ति बना रहा है तो जो बेसहारा गायें
गाय को बोलता है गऊ सबकी माँ है, गाय गाय का दूध मूत्र है जो शुद्ध है, और जो गाय सड़क पे मर रही है, जो 3-3 करोड़ की मूर्ति बनाता है, कोई गौशाला बना ले, गाय का निर्माण बढ़ सकता है कि नहीं बढ़ सकता सर? वो 3 करोड़ की मूर्ति नहीं है, 3000 करोड़ की मूर्ति है जो आप सरदार पटेल की बात कह रहे हैं। तो मैंने उसी समय कह दिया था पक्षियों की विष्ठा के लिए यह है, ये आदि मानव की सोच है। अगर उसकी जगह उस 3000 करोड़ में अच्छे इंजीनियरिंग कॉलेज, मेडिकल कॉलेज खोले जाते तो हमारे देश में ये जो कोविड आया इसको हम परास्त कर सकते थे बहुत ताकत से। लेकिन दुर्भाग्य है कि हमारी सोच को वो बैलगाड़ी के युग में ले जा रहा है। आज के बच्चे ड्रोन पे उड़ रहे हैं। अब बात आई गाय की। हम लोगों ने एक बार, ये दारुल उलेमा वालों ने एक घोषणा की थी 25,000 गाय हम काट के विश्व रिकॉर्ड बनाएंगे। कहाँ पे? हैदराबाद में। मैंने सारे संत महात्माओं को फ़ोन किया कि भाई ये तो देश में वायलेंस फैलेगा, अपन वहाँ चलते प्रोटेस्ट करेंगे। तो हम लोग गोशा महल हैदराबाद से प्रोटेस्ट करके मुख्यमंत्री के पास गए थे। हमने मुख्यमंत्री से कही, उस समय कांग्रेस का मुख्यमंत्री था मिस्टर रेड्डी। उसने एक बहुत अच्छी बात मुझे कही। उन्होंने कहा स्वामी जी मैं आपकी बहुत इज्जत करता हूँ, आप ये बताइए गाय पालता कौन है? हिंदू। गाय काटता कौन है? मुसलमान। उसको गाय देता कौन है? हिंदू। क्यों देता है वो? उसकी वजह मैं आपको बताना चाहता हूँ। वो मुख्यमंत्री मेरे से कह रहा था कि अगर एक गाय बिना दूध के 500 रुपये आप पैदा कर दो उसके गोमूत्र से और गोबर से, मैं गारंटी करता हूँ, वो मुख्यमंत्री मेरे को बोल रहा था, मैं गारंटी करता हूँ ये काटने वाले हाथ उसको पालने लग जाएंगे। बात यह है ये सब वोटों का ध्रुवीकरण है, उसमें गाय कहीं भी नहीं है फिल्म में। अगर गाय है तो गाय को उपयोगी बनाओ ना, गोमूत्र को हाईटेक ऐसा बनाओ जैसे ऑल आउट की डिब्बी हम 50-60 रुपए में खरीदते हैं, ऐसी एक छोटी सी डिब्बी बना दो गोमूत्र से, मच्छर भी भगेगा, मरेगा भी नहीं, हमारी अहिंसा भी पुष्ट होगी, अहिंसा भी पुष्ट होगी और दुनिया में भारत का गौरव भी बढ़ेगा। एक बात है, ਬਿਲਕੁਲ ਬਿਲਕੁਲ ਨੌਜਵਾਨਾਂ ਦੇ ਸਵਾਲ ਆਪਣੀ ਥਾਂ ਤੇ ਸਵਾਮੀ ਜੀ ਤੁਸੀਂ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਤੇ ਅੰਤ ਦੇ ਵਿੱਚ ਕੋਈ ਸੁਨੇਹਾ ਕੁਝ ਕਹਿਣਾ ਚਾਹੁੰਦੇ ਹੋ ਸੰਗਤ ਨੂੰ, ਦੇਸ਼ हाँ जी, मैं यही कहना चाहना, देखो एक चीज़ ਨੂੰ ਅਸੀਂ ध्यान रखना, व्यक्ति से बड़ी संस्था, संस्था से बड़ा राष्ट्र, राष्ट्र से बड़ी मानवता होती है। जिस मानवता को ये मौजूदा प्राइवेट कंपनी तार तार कर रही है, और अगर हम भारत के ऋषियों की संतान हैं, हम सिकंदर की औलाद नहीं हैं, हम ऋषियों की संतान हैं, हम सबसे पहले कहीं भी शुरू होते हैं उसके पहले हमारा पहला शब्द निकलता मुख से सर्वे भवन्तु सुखिना। जगत के सब जीवों के कल्याण में हमारा कल्याण छिपा हुआ है। अगर हम सच्चे हिंदू हैं, हमारा मन वचन कर्म एक है। हिंदू मतलब सनातन। जब सनातन खत्म था, खतरे में जा रहा था, तो 5 प्यारों के बलिदान पे सिख कौम को खड़ा किया गया था। आज वो सिख भारत माता का झंडा लेके खड़ा है। हमें आरएसएस में सिखाया गया था कि जब भी ऐसी परिस्थितियां आए, आपका धर्म है, आप सिखों के साथ खड़े रहोगे, तो हम अपने धर्म का निर्वाह करने आए हैं। जय हिंद, जय हिंद। जय हिंद। तो मैं अंत ਦੇ ਵਿੱਚ ਇਹੀ ਕਹਾਂਗਾ ਕਿ ਇਨਸਾਨ ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ ਜਾਂ ਈਸਾਈ ਹੈ, ਪਰ ਇਸ ਥਾਂ ਤੇ ਇਸ ਮੋਰਚੇ ਉੱਤੇ ਪਹੁੰਚ ਕੇ ਹਰ ਕਿਸੇ ਨੂੰ ਉਸ ਪਰਮਾਤਮਾ ਹੀ ਨਜ਼ਰ ਆਉਂਦਾ ਹੈ, ਉਹਨੂੰ ਪਰਮਾਤਮਾ ਹੀ ਹਰ ਪਾਸੇ ਦਿਖਦਾ ਹੈ, ਕਿਉਂਕਿ ਆਹ ਕਿਸਾਨ ਜਿਹੜੇ ਨੇ ਸਾਡੇ ਅੰਨਦਾਤੇ ਜਿਹੜੇ ਨੇ ਇਹ ਰੱਬ ਤੋਂ ਘੱਟ ਕੇ ਨਹੀਂ ਨੇ। ਇੱਕ ਹੋਰ ਵੀਰ ਨਾਲ ਖੜੇ ਨੇ, ਉਹ ਕੁਝ ਸੁਝਾਅ ਦੇਣਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਸਿੱਖ ਦੀ ਡੈਫੀਨੇਸ਼ਨ ਇਹੀ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਜਿਵੇਂ ਪੰਡਿਤ ਜੀ ਹੁਣ ਸਾਨੂੰ ਦੱਸ ਗਏ ਨੇ ਕਿ ਹਿੰਦੂ ਮਤ ਨੂੰ, ਹਿੰਦੂ ਨੂੰ ਬਚਾਉਣ ਵਾਸਤੇ ਇੱਕ ਸਿੱਖ ਧਰਮ ਦੀ ਪਾਲਣਾ ਹੋਈ, ਸਿੱਖ ਧਰਮ ਹੋਣ ਦੀ ਚਾਹਿਆ। ਲੇਕਿਨ ਇਹ ਇੱਕ ਹਿੰਦੂ ਧਰਮ ਨੂੰ ਬਚਾਉਣ ਖਾਤਰ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਚਾਦਰ ਨਹੀਂ ਸੀ, ਉਹ ਢਾਕੀ ਚਾਦਰ, ਕਿਹੜੀ ਮਨੁੱਖਤਾ ਖਤਰੇ 'ਚ। ਖਤਰੇ 'ਚ ਬਿਲਕੁਲ। ਤੇ ਪੰਡਤ ਜੀ ਥੋੜਾ ਜਿਹਾ ਸਾਨੂੰ ਗੁੰਮਰਾਹ ਕਰ ਗਏ, ਲੇਕਿਨ ਕਿਉਂਕਿ ਉਹ ਸਨਾਤਨ ਮਤ ਉਹਨਾਂ ਨੇ ਆਪਣੀ ਆਰਐਸਐਸ ਦੀ ਹੀ ਗੱਲ ਕਰਨੀ ਸੀ। ਲੇਕਿਨ ਇਹ ਜਿਹੜੀ ਉਹਨਾਂ ਨੇ ਹਿੰਦੁਸਤਾਨ ਵਾਲਾ ਕੁਐਸਚਨ ਦਾ ਵੀ ਜਵਾਬ ਨਹੀਂ ਦਿੱਤਾ, ਬਟ ਇੱਥੇ ਅਸੀਂ ਉਹ 'ਤੇ ਆਰਗਿਊ ਨਹੀਂ ਕਰਨਾ। ਲੇਕਿਨ ਉਸਦਾ ਆਰਗੂ ਤਾਂ ਮੈਂ ਤੁਹਾਨੂੰ ਹੁਣ ਮੈਂ ਜਵਾਬ ਦੇ ਦੇਣਾ ਆਪਣੇ ਸਿੱਖ ਮਤ ਦੇ ਅਕੋਰਡਿੰਗ। ਉਹਨਾਂ ਨੇ ਆਪਣੀ ਹਿੰਦੂ ਮਤ ਦੇ ਅਕੋਰਡਿੰਗ, ਆਰਐਸਐਸ ਦੇ ਮਤ ਦੇ ਅਕੋਰਡਿੰਗ, ਕਿਉਂਕਿ ਉਹਦਾ ਜਵਾਬ ਕਿਉਂ ਨਹੀਂ ਦਿੱਤਾ? ਕਿਉਂਕਿ ਉਹਨਾਂ ਦੀਆਂ ਬਣਾਈਆਂ ਹੋਈਆਂ ਪਾਲਿਸੀਆਂ ਫੇਲ ਹੋ ਗਈਆਂ। ਜਿਹੜੀ ਉਹਨਾਂ ਨੇ ਏਜੰਡਾ ਬਣਾਇਆ ਸੀ ਕਿ ਅਸੀਂ 2022 ਤੋਂ ਅਸੀਂ ਹਿੰਦੂ ਧਰਮ ਦੀ ਰਾਸ਼ਟਰ ਘੋਸ਼ਣਾ ਸ਼ੁਰੂ ਕਰਨੀ ਹੈ, ਉਹਨਾਂ ਦੇ ਏਜੰਡੇ ਹੋ ਗਏ ਫੇਲ। ਏਜੰਸੀਆਂ ਦੀ ਜਿੰਨੀਆਂ ਵੀ ਉਹਨਾਂ ਦੀਆਂ ਆਪਣੀ ਪਲਾਨਿੰਗਾਂ ਸੀ ਸਾਰੀਆਂ ਫੇਲ ਹੋ ਗਈਆਂ। ਉਹਨਾਂ ਨੇ ਇੱਕ ਟੈਸਟਿੰਗ ਕੀਤੀ, ਜਿਸ ਤਰ੍ਹਾਂ ਅਸੀਂ ਲੈਬੋਰਟਰੀ ਦੇ ਅੰਦਰ ਆਪਣਾ ਟੈਸਟ ਕਰਦੇ ਹਾਂ ਨਾ, ਕੋਈ ਸਾਨੂੰ ਕੋਈ ਤਕਲੀਫ ਹੋ ਜਾਏ, ਡਾਕਟਰ ਸਾਨੂੰ ਲਿਖ ਕੇ ਦਿੰਦਾ ਪਰਚੀ ਦੇ ਉੱਤੇ ਕਿ ਤੁਸੀਂ ਇਹ ਟੈਸਟ ਕਰਾ ਕੇ ਆਓ। ਬਿਲਕੁਲ। ਤੇ ਇਹ ਉਹਨਾਂ ਨੇ ਇੱਕ ਆਰਐਸਐਸ ਨੇ ਉਹਨਾਂ ਨੂੰ ਇੱਕ ਪਰਚੀ ਲਿਖ ਕੇ ਦਿੱਤੀ ਮੋਦੀ ਸਾਹਿਬ ਨੂੰ ਕਿ ਤੁਸੀਂ ਜਰਾ ਟੱਚ ਸਕਰੀਨ ਦੇ ਨਾਲ ਟੈਸਟ ਤਾਂ ਕਰੋ
ਵੀ ਕੀ ਸਿਸਟਮ ਚੱਲ ਰਿਹਾ ਹੈ। ਇਹਨਾਂ ਨੇ ਆਪਣਾ ਘਾਣ ਕਰਾਇਆ, ਆਪਣੇ ਹੀ ਗੋਦੜਾ ਕਾਂਡ ਕਰਾਇਆ, ਪਹਿਲੇ ਆਪਣੇ ਹੀ ਬਾਹਮਣ ਮਰਵਾਏ। ਉਹ ਬਾਹਮਣਾਂ ਦੀ ਆੜ ਦੇ ਵਿੱਚ ਇਹਨਾਂ ਨੇ ਫਿਰ ਕੀ ਕੀਤਾ, ਮੁਸਲਮਾਨਾਂ ਦਾ ਘਾਣ ਕੀਤਾ। ਮੁਸਲਮਾਨਾਂ ਦਾ ਘਾਣ ਕਰਨ ਤੋਂ ਬਾਅਦ ਵੀ ਠੰਡੇ ਨਹੀਂ ਪਏ। ਫਿਰ ਇਹਨਾਂ ਨੇ ਦਲਿਤ ਨੂੰ ਕੁੱਟਿਆ, ਦਲਿਤ ਨੂੰ ਇੰਨਾ ਕੁੱਟਿਆ, ਉਹਨੂੰ ਦਬਾਇਆ, ਉਤੋਂ ਵੀ ਇਹਨਾਂ ਦੇ ਚੈਨ ਨਹੀਂ ਪਈ। ਫਿਰ ਹੁਣ ਇਹਨਾਂ ਨੇ ਚੈੱਕ ਕਰਨਾ ਸੀਗਾ ਕਿ ਹੁਣ ਸਿੱਖ ਜਿਉਂਦਾ ਹੈ ਜਾਂ ਨਹੀਂ, ਲੇਕਿਨ ਇਹਨਾਂ ਨੇ ਸੋਚਿਆ ਸੀਗਾ ਕਿ ਸਿੱਖ ਮਰ ਗਿਆ, ਸਿੱਖੀ ਮਰ ਗਈ ਹੈ। ਕਿਵੇਂ ਮਰ ਗਈ ਹੈ? ਕਿਉਂਕਿ ਪੰਜਾਬ ਤੇ ਅਸੀਂ ਨਸ਼ੇੜੀ ਕਰਤਾ। ਬਾਕੀ ਜਿਹੜਾ ਪੰਥ ਸੀਗਾ ਪਹਿਲੇ 12 ਮਿਸਲਾਂ ਸੀਗਾ, ਆਪਾਂ ਪਤਾ ਨਹੀਂ 12,000 ਮਿਸਲਾਂ ਚ ਵੰਡਤਾ। ਬਾਪੂ ਉਹ ਭੁੱਲ ਗਏ ਸੀ ਨਾ ਜਦੋਂ ਸਿੱਖ ਸਾਰੇ ਖਤਮ ਕਰਦੇ ਸੀ, ਉਦੋਂ ਵੀ ਗਰਜਾ ਸਿੰਘ ਬੋਤਾ ਸਿੰਘ ਚੁੰਗੀ ਲਾ ਕੇ ਬਹਿ ਗਏ ਸੀ। ਭਾਈ ਸਾਹਿਬ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ, ਲੇਕਿਨ ਇਹਨਾਂ ਨੂੰ ਭੁਲੇਖਾ ਉਹ ਇਹਨਾਂ ਦਾ ਦੂਰ ਹੋ ਗਿਆ ਅੱਜ। ਕਿਵੇਂ? ਇਹਨਾਂ ਨੇ ਕਿਸਾਨ ਮੋਰਚੇ ਦੀ ਆੜ ਦੇ ਵਿੱਚ ਇਹਨਾਂ ਨੇ ਸਿੱਖੀ ਦੀ ਸਪਿਰਿਟ ਚੈੱਕ ਕਰਨੀ ਚਾਹੀਦੀ। ਸਾਨੂੰ ਅੱਤਵਾਦੀ ਕਿਹਾ, ਸਾਨੂੰ ਵੱਖਵਾਦੀ ਕਿਹਾ। ਅੱਜ ਹਰ ਬੱਚਾ ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਮੈਂ ਕਹਿੰਦਾ ਭਾਵੇਂ ਕੋਈ ਕੁੜੀ ਹੈ, ਭਾਵੇਂ ਕੋਈ ਔਰਤ ਹੈ, ਕਹਿੰਦੀ ਹੈ ਮੈਂ ਅੱਤਵਾਦੀ ਹਾਂ। ਬਿਲਕੁਲ, ਮੈਂ ਅੱਤਵਾਦੀ ਬਣਨਾ ਚਾਹੁੰਦੀ ਹਾਂ। ਇੱਦਾਂ ਦੀ ਇਹਨਾਂ ਕੋਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਲੇਕਿਨ ਅਗਰ ਇਹ ਚਾਹੁੰਦੇ ਨੇ ਨਾ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ, ਇਹ ਮਨਸੂਬਾ ਔਰੰਗਜ਼ੇਬ ਦਾ ਵੀ ਇਹੋ ਸੀ। ਉਹ ਵੀ ਇਹੀ ਚਾਹੁੰਦਾ ਸੀਗਾ ਕਿ ਮੈਂ ਅੱਲਾਹੂ ਦਾ ਨਾਰਾ ਲਗਾਵਾਂਗਾ, ਲੇਕਿਨ ਮਹਾਰਾਜ ਨੇ ਐਸੀ ਖੇਡ ਵਰਤਾਈ, 1.25 लाख से 1 लड़ाऊं तबे गोविंद सिंह नाम कहाऊं। ਮੈਂ ਆਹੀ ਕਹਾਂਗਾ ਕਿ ਆ ਇੱਧਰ ਨਿਹੰਗ ਸਿੰਘ ਵੀ ਖੜੇ ਆ ਸਾਡੇ ਨਾਲ। ਹੁਣ ਆ ਸ਼ਸਤਰ ਜਿਹੜੇ ਪਾਏ ਆ, ਇਹ ਸਾਡੀ ਜਾਗੀਰ ਆ, ਸਾਡੇ ਬਾਪੂ ਨੇ ਸਾਨੂੰ ਦਿੱਤੀ ਆ, ਸਾਡੇ ਕਕਾਰ ਸਾਡੇ ਨਾਲ ਨੇ। ਹੁਣ ਸ਼ਸਤਰ ਅਸੀਂ ਛੋਟੇ ਪਾਈਏ, ਵੱਡੇ ਧਾਰਨ ਕਰੀਏ, ਸ਼੍ਰੀ ਸਾਹਿਬ ਅਸੀਂ ਵੱਡੀ ਰੱਖੀਏ, ਛੋਟੀ ਰੱਖੀਏ, ਉਹ ਸਾਡੀ ਮਰਜ਼ੀ ਹੈ। ਨਿਹੰਗ ਸਿੰਘ ਜਥੇਬੰਦੀਆਂ ਕੋਲ ਤਾਂ ਵੈਸੇ ਹੀ ਸ਼ਸਤਰ ਕੋਈ ਕਿਸੇ ਪਾਸੇ ਕੋਈ ਘਾਟ ਨਹੀਂ ਹੁੰਦੀ। ਪਰ ਇੱਦਾਂ ਦੇ ਨੌਜਵਾਨ ਨੂੰ ਦੇਖ ਕੇ ਜੇ ਉਹਨਾਂ ਨੇ ਸ਼੍ਰੀ ਸਾਹਿਬ ਟੰਗੀ ਆ ਜਾਂ ਬਰਛਾ ਟੰਗਿਆ ਆ, ਜੇ ਗੋਦੀ ਮੀਡੀਆ ਇਹ ਦਿਖਾਉਂਦਾ ਹੈ ਕਿ ਅੱਤਵਾਦੀ ਆ ਗਏ, ਵੱਖਵਾਦੀ ਆ ਗਏ, ਤਾਂ ਫਿਰ ਮੈਂ ਇਹ ਗੱਲ ਜ਼ਰੂਰ ਕਹਾਂਗਾ, ਹਲੇ ਤੱਕ ਤਾਂ ਅਸੀਂ ਗੁਰੂ ਦੇ ਭਾਣੇ 'ਚ ਸਿਦਕ ਤੇ ਚੱਲ ਰਹੇ ਹਾਂ। ਹਲੇ ਤੱਕ ਤਾਂ ਅਸੀਂ ਮੰਗਾਂ ਮਨਵਾਉਣ ਦੀ ਗੱਲ ਕਰ ਰਹੇ ਹਾਂ, ਆਪਣੇ ਹੱਕ ਲੈਣ ਦੀ ਗੱਲ ਕਰ ਰਹੇ ਹਾਂ। ਪਰ ਅਗਰ ਤੁਸੀਂ ਆਪਣਾ ਇਹ ਅੜੀਅਲ ਰਵੱਈਆ ਨਾ ਛੱਡਿਆ ਤਾਂ ਇਹ ਸਾਡਾ ਸਿਧਾਂਤ ਸਾਡੇ ਗੁਰੂ ਦਾ ਦਿੱਤਾ ਆ ਕਿ ਪਿਆਰ ਸਤਿਕਾਰ ਨਾਲ ਜੋ ਵੀ ਆਂਦਾ ਜਾਂਦਾ ਆ, ਦੇਗ ਨਾਲ ਸਵਾਗਤ ਹੁੰਦਾ ਆ। ਆਕੜ ਹੰਕਾਰ ਨਾਲ ਜਿਹੜਾ ਆਂਦਾ ਆ, ਫਿਰ ਦੇਗ ਨਾਲ ਸਵਾਗਤ ਹੁੰਦਾ ਆ। ਜੋ ਲੈ ਹੈ ਨਿਜ ਬਲ ਸੇ ਲੈ ਹੈ, ਨਹੀਂ ਤੇ ਫਿਰ ਸਾਨੂੰ ਲੈਣਾ ਵੀ ਆਂਦਾ। ਅਗਰ ਸਾਨੂੰ ਸ਼ਹਾਦਤਾਂ ਦੇਣੀਆਂ ਆਉਂਦੀਆਂ ਨੇ ਨਾ, ਤੇ ਸਾਨੂੰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਲੈਣਾ ਵੀ ਆਂਦਾ। ਔਰ ਇਹਨਾਂ ਨੂੰ ਸਭ ਪਤਾ ਹੈ ਕਿ ਬਾਬਾ ਬਘੇਲ ਸਿੰਘ ਦੇ ਟਾਈਮ ਦੇ ਉੱਤੇ, ਉਸ ਟਾਈਮ ਦੇ ਉੱਤੇ ਸਾਰੀ 12 ਮਿਸਲਾਂ ਇਕੱਠੀਆਂ ਹੋ ਕੇ ਇਹ ਜਿਹੜਾ ਮੋਰੀ ਗੇਟ ਹੈ ਨਾ, ਮੋਰੀ ਗੇਟ, ਇਹ ਮੋਰੀ ਕਰਕੇ ਅੰਦਰ ਵੜ ਸਕਦੀਆਂ ਨੇ ਨਾ। ਤੇ ਇਹ ਮੋਦੀ ਸਾਹਿਬ ਤੁਸੀਂ ਜਿਹੜਾ ਕਿਲਾ ਬਣਾ ਰਹੇ ਨਾ ਹਿੰਦੂ ਰਾਸ਼ਟਰ ਦਾ, ਇਹ ਉਹਦੇ 'ਚ ਵੀ ਮੋਰੀ ਕਰਨ ਨੂੰ ਤਿਆਰ ਬਰ ਤਿਆਰ ਖੜੀ ਹੈ। ਜੋ ਲੈ ਹੈ ਲਿਜ ਬਨ ਸੇ ਲੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਸਾਡਾ ਚਿੱਤ ਸਾਡੇ ਚਰਨਾਂ ਦੇ ਮਹਾਰਾਜ ਦੇ ਚਰਨਾਂ ਨਾਲ ਜੁੜਿਆ। ਤੁਸੀਂ ਸਾਡੀ ਪ੍ਰੀਖਿਆ ਨਾ ਲਵੋ, ਅਸੀਂ ਸ਼ਹਾਦਤਾਂ ਦੇਣ ਨੂੰ ਅੱਜ ਵੀ ਤਿਆਰ ਖੜਿਆ। ਮਨੁੱਖਤਾ ਨੂੰ ਬਚਾਉਣ ਵਾਸਤੇ ਹਮੇਸ਼ਾ ਅਗਰ ਕੋਈ ਅੱਗੇ ਆਇਆ ਤੇ ਖਾਲਸਾ ਸੋਏ ਜੋ ਲੜੇ ਨੇ ਤੇ ਜੰਗ, ਅਸੀਂ ਉਹ ਜੰਗ ਲੜਨ ਨੂੰ ਤਿਆਰ ਖੜੇ ਆ। ਤੁਸੀਂ ਸਾਡੀਆਂ ਜਿੰਨੀਆਂ ਵੀ ਤੁਸੀਂ ਸਾਡੀਆਂ ਸਬਰ ਦੇ ਬੰਦ ਜਿਸ ਦਿਨ ਟੁੱਟ ਗਏ, ਤੇ ਮੋਦੀ ਸਾਹਿਬ ਤੁਹਾਡੀਆਂ ਵਰਗੀਆਂ ਜਿੰਨੀਆਂ ਵੀ ਹੈ ਕੁੱਤੇ, ਜਿਹੜੇ ਕੁੱਤੇ ਨੇ, ਕਿਹੜੇ ਕੁੱਤੇ ਨੇ ਇਹ? ਉਹ ਨੇ ਰਾਜੇਸ਼ੀ ਮੁਕੱਦਮ ਕੁੱਤੇ, ਰਾਜੇ ਪਾਪ ਕਮਾਉਂਦੇ ਉਲਟੀ ਵਾਲ ਖੇਤ ਕੋ ਖਾਈ। ਤੁਸੀਂ ਉਹ ਰਾਜੇ ਹੋ, ਕੁੱਤਾ ਰਾਜ ਬਹਾਲੀਏ ਤੋ ਚੱਕੀ ਚੱਟੇ। ਤੁਹਾਨੂੰ ਜਿਹੜੇ ਕੁੱਤਿਆਂ ਨੂੰ ਅਸੀਂ ਸਿੰਘਾਸਨ ਤੇ ਬਿਠਾਤਾ ਨਾ, ਇਹ ਬਹੁਤ ਵੱਡੀ ਗਲਤੀ ਹੋਈ ਮਨੁੱਖਤਾ ਕੋਲੋਂ। ਲੇਕਿਨ ਮਨੁੱਖਤਾ ਨੂੰ ਸਮਝ ਆ ਚੁੱਕੀ ਹੈ ਕਿ ਤੁਸੀਂ ਚੱਕੀ ਚੱਟਣਾ ਨਹੀਂ ਛੱਡਿਆ। ਤੁਸੀਂ ਅੰਬਾਨੀਆਂ ਦੀ, ਅਡਾਨੀਆਂ ਦੀ, ਤੇ ਅੰਬਾਨੀਆਂ ਅਡਾਨੀਆਂ ਨੇ ਵਾਲਮਾਰਟ, ਬਿਲ ਗੇਟਸ ਅਤੇ ਬਾਹਰਲੀ ਕੰਪਨੀਆਂ, ਈਸਟ ਇੰਡੀ ਕੰਪਨੀਆਂ ਦੀ ਚਾਕਰੀ ਕੋ ਕਰਦੇ ਨੇ। ਅੰਗਰੇਜ਼ਾਂ ਨੇ ਹੀ ਅੱਜ ਦੀ, ਉਹ ਵੀ ਉਹਨਾਂ ਨੇ ਹੀ ਆ ਕੇ ਇੱਥੇ ਰਾਜ ਕਰਨਾ। ਇਹ ਸਾਰਾ ਕਾਰਪੋਰੇਟ ਸੈਕਟਰ ਉਹਨਾਂ ਦੇ ਅਧੀਨ ਹੈ। ਜਿਸ ਤਰ੍ਹਾਂ ਇਹਨਾਂ ਨੇ ਕੁੱਤੇ ਬੈਠੇ ਸਿੰਘਾਸਨ ਦੇ ਉੱਤੇ ਅੱਜ, ਤੇ ਜਿਹੜੇ ਕੁੱਤੇ ਸਿੰਘਾਸਨ ਤੇ ਬੈਠਦੇ ਨਾ, ਉਹਨਾਂ ਦੀ ਇੱਕ ਆਦਤ ਹੁੰਦੀ ਹੈ, ਉਹ ਚੱਕੀ ਚੱਟਣਾ ਨਹੀਂ ਛੱਡਦੇ। ਤੇ ਅੱਜ ਸਾਨੂੰ ਨੂੰ ਪਤਾ ਲੱਗ ਚੁੱਕਾ ਹੈ ਕਿ ਇਹ ਸ਼ੇਰ ਉੱਤੇ ਜਿਹੜੀ ਕਿ ਨਾਮ ਖੋਤੇ ਉੱਤੇ ਖੇਰ ਦੀ ਖੱਲ ਪਾਈ ਸੀ, ਉਹ ਤਾਂ ਲੈ ਚੁੱਕੀ ਹੈ। ਇਹ ਖੋਤੇ ਨੇ, ਖੋਤੇ, ਇਹ ਸ਼ੇਰ ਨਹੀਂ ਹੈ। ਇਹ ਕਹਿੰਦੇ ਸੀ ਅਸੀਂ ਅੱਛੇ ਦਿਨ ਲੈ ਕੇ ਆਵਾਂਗੇ, ਅਸੀਂ ਇੱਥੇ ਕਿ ਨਾਮ ਹੈ ਕਾਂਗਰਸ ਮੁਕਤ ਅਸੀਂ ਭਾਰਤ ਬਣਾਵਾਂਗੇ। ਲੇਕਿਨ ਅੱਜ ਦੇਖੋ ਜੋ ਕਾਂਗਰਸ ਨੇ ਕੀਤਾ, ਜੋ ਕਾਂਗਰਸ ਨੇ ਘਾਣ ਕੀਤੇ ਮਨੁੱਖਤਾ ਦੇ, ਸਿੱਖੀ ਦਾ ਘਾਣ ਕਰਿਆ, ਇਹ ਵੀ ਉਹੀ ਉਸੀ ਪੋਜੀਸ਼ਨ ਤੇ ਚੱਲ ਰਹੇ ਨੇ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵਾਂ, ਇਹ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣ,
ਨਾ ਤੇ ਕਦੀ ਹਿੰਦੂ ਰਾਸ਼ਟਰ ਬਣਾ ਸਕਣਗੇ। ਇਹ ਵਨ ਨੇਸ਼ਨ ਦੀ ਆੜ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ, ਇਹਨਾਂ ਦੇ ਮਨਸੂਬੇ ਕਦੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਣਗੇ। ਕਿਉਂ? ਕਿਉਂਕਿ ਖਾਲਸਾ ਬੈਠਾ ਹੈ। ਖਾਲਸਾ, ਅਸੀਂ ਖਾਲਿਸਤਾਨੀ ਨਹੀਂ, ਅਸੀਂ ਖਾਲਸੇ। ਖਾਲਸੇ ਕੌਣ? ਜਿਹੜੇ ਕਿ ਪੂਰੇ ਵਰਲਡ ਦੇ ਉੱਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਉਹ ਖਾਲਸਾ ਕੌਣ ਹੈ? ਉਹ ਬਾਬਾ ਫਰੀਦ ਜੀ, ਉਹ ਬਾਬਾ ਫਰੀਦ ਜੀ ਵੀ ਖਾਲਸਾ, ਉਹ ਬਾਬਾ ਕਬੀਰ ਜੀ ਵੀ ਖਾਲਸਾ, ਉਹ ਬਾਬਾ ਕੇ ਨਾਮ ਹੈ ਕਿ ਨਾਮ ਹੈ ਨੰਦ ਲਾਲ ਜੀ ਵੀ ਖਾਲਸਾ, ਨਾਮਦੇਵ ਜੀ ਵੀ ਖਾਲਸਾ। ਇਹ ਸਰਸੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣਾ ਜਿਹੜਾ ਗੁਰੂ ਮੰਨਿਆ ਨਾ, ਉਹ ਸਾਡੇ ਉਹ ਮਹਾਰਾਜ ਗੁਰੂ ਕਿਵੇਂ ਨੇ? ਉਹ ਕੋਈ ਕਾਗਜ਼ ਨਹੀਂ, ਅਸੀਂ ਕਿਸੇ ਕਾਗਜ਼ ਨੂੰ ਮੱਥਾ ਨਹੀਂ ਟੇਕਦੇ, ਅਸੀਂ ਕਿਸੇ ਅੱਖਰ ਨੂੰ ਮੱਥਾ ਨਹੀਂ ਟੇਕਦੇ। ਉਹਦੇ 'ਚ ਕੀ ਹੈ? ਗਿਆਨ। ਅਸੀਂ ਗਿਆਨ ਨੂੰ ਮੱਥਾ ਟੇਕਦੇ ਹਾਂ, ਅਸੀਂ ਗਿਆਨ ਦੇ ਪੁਜਾਰੀ ਹਾਂ। ਸਾਡਾ ਗੁਰੂ ਕੌਣ ਹੈ? ਸ਼ਬਦ ਗੁਰੂ, ਸੁਰਤ ਤੁਨ ਚੇਲਾ। ਤੇ ਮੋਦੀ ਸਾਹਿਬ, ਤੁਸੀਂ ਸਾਡੀ ਪ੍ਰੀਖਿਆ ਨਾ ਲਵੋ, ਕਿਉਂਕਿ ਅਸੀਂ ਜਵਿੰਦੜੇ ਮੋਇਆ। ਸਾਨੂੰ ਮਹਾਰਾਜ ਨੇ ਸਿਖਾਇਆ ਜੋ ਲੈ ਹੈ ਨਿਜਬਲ ਸੇ ਲੈ, ਅਸੀਂ ਨਿਜਬਲ ਤੋਂ ਲੈਣਾ ਸਿੱਖਿਆ। ਕਿਉਂ? ਸਾਨੂੰ ਸੱਚੇ ਪਾਤਸ਼ਾਹ ਨੇ ਪਹਿਲੇ ਮਰਨਾ ਸਿਖਾਇਆ। ਪਹਿਲਾ ਮਰਨ ਕਬੂਲ, ਜੀਵਨ ਕੀ ਛੜਾਸ, ਹੋ ਸਭਨਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ। ਅਸੀਂ ਉਸ ਪੋਜੀਸ਼ਨ ਦੇ ਮਾਲਕ ਹਾਂ। ਸਾਨੂੰ ਸੱਚੇ ਪਾਤਸ਼ਾਹ ਨੇ ਸਾਨੂੰ ਮਰਨਾ ਸਿਖਾਇਆ। ਤੂੰ ਸਾਨੂੰ ਕੀ ਮਾਰੇਗਾ? ਅਸੀਂ ਤੇ ਜਿੰਦੇ ਸ਼ਹੀਦ ਹਾਂ, ਜਿੰਦੇ ਸ਼ਹੀਦ। ਤੂੰ ਅਗਰ ਆ ਕੇ ਸਾਡੇ ਅੱਜ ਤੂੰ ਇੱਕ ਵਾਰੀ ਖੋਲ ਦੇ, ਤੂੰ ਇੱਕ ਵਾਰੀ ਸ਼ੱਦਾ ਢਾਲਣ ਦੀ ਕੋਸ਼ਿਸ਼ ਕਰ, ਦੇਖ ਤੇਰੀ ਹਿੱਕ ਤੇ ਆ ਕੇ ਨਾ ਬੈਠੀਏ। ਇਹ ਦਿੱਲੀ ਤੇ ਬਿੱਲੀ ਜਿਸ ਲਈ ਮਰਜ਼ੀ ਤੇ ਜਿੱਤ ਸਕਦੇ ਆ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤੇ ਇਹ ਜਜ਼ਬਾ ਆ ਸਿੱਖ ਕੌਮ ਦਾ, ਇਹ ਜਜ਼ਬਾ ਆ ਉਹਨਾਂ ਕਿਸਾਨਾਂ ਦਾ, ਇਹ ਜਜ਼ਬਾ ਆ ਹਰ ਉਸ ਇਨਸਾਨ ਦਾ ਜੋ ਵਾਕਈ ਹੀ ਦਿਲੋਂ ਇੱਜ਼ਤ ਕਰਦਾ ਹੈ ਅੰਨਦਾਤਾ ਦੀ, ਜੋ ਵਾਕਈ ਹੀ ਦਿਲੋਂ ਇਸ ਗੁਰੂਆਂ ਪੀਰਾਂ ਦੀ ਧਰਤੀ ਨਾਲ ਜੁੜਿਆ ਹੋਇਆ ਹੈ, ਜੋ ਧਰਮਾਂ ਤੋਂ ਉੱਤੇ ਉੱਠ ਕੇ ਸੋਚਦਾ ਹੈ। ਕਿਉਂਕਿ ਇਹ ਲੜਾਈ ਸਿੱਖ ਧਰਮ ਦੀ ਨਹੀਂ, ਇਹ ਹਿੰਦੂ ਧਰਮ ਦੀ ਨਹੀਂ, ਬੋਧੀਆਂ ਦੀ, ਜੈਨੀਆਂ ਦੀ ਨਹੀਂ, ਇਹ ਹਰ ਧਰਮ ਹਰ ਵਰਗ ਦੀ ਮਨੁੱਖਤਾ ਦੀ ਲੜਾਈ ਹੈ। ਤੇ ਜੇਕਰ ਇਸ ਲੜਾਈ ਨੂੰ ਗੋਦੀ ਮੀਡੀਆ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਹੋਰ ਰੰਗਤ ਦੇ ਕੇ ਪੇਸ਼ ਕਰਦਾ ਹੈ ਚੈਨਲਾਂ ਦੇ ਉੱਤੇ, ਤਾਂ ਉਹਨਾਂ ਨੂੰ ਚਪੇੜ ਮਾਰਨ ਵਾਸਤੇ ਅਸੀਂ ਹੈਗੇ ਆ ਤੇ ਆਵਾਮ ਹੈਗੀ ਹੈ। ਮੈਂ ਇਹੀ ਕਹਾਂਗਾ, ਕਿਸਾਨ ਜਥੇਬੰਦੀਆਂ ਦੇ ਮੋਢਿਆਂ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਜਿਸ ਕਾਫਲੇ ਨੂੰ ਲੈ ਕੇ ਗਾਹਾਂ ਤੁਰੇ ਹੋਏ ਨੇ, ਮੱਥਾ ਕੇਂਦਰ ਨਾਲ ਆਇਆ ਆ, ਉਹ ਫਰਜ਼ ਆਪਣਾ ਬਾਖੂਬ ਨਿਭਾ ਲੈਣ। ਕਿਤੇ ਝੁਕਣ ਨਾ, ਕਿਤੇ ਢੁਕਣ ਨਾ, ਕਿਤੇ ਰੁਕਣ ਨਾ। ਨਹੀਂ ਤਾਂ ਆਵਾਮ ਜਿਹੜੀ ਚਾਰੋਂ ਪਾਸੇ ਹੈ ਨਾ, ਇੱਕ ਕਿਸਾਨ ਆਗੂ ਤੋਂ ਅਗਰ ਗਲਤੀ ਹੋ ਗਈ ਤਾਂ ਇਹਨਾਂ ਨੇ ਮਾਫ ਨਹੀਂ ਕਰਨਾ ਤੇ ਤੁਹਾਨੂੰ ਭੱਜਣ ਨੂੰ ਰਾਹ ਵੀ ਨਹੀਂ ਲੱਭਣੀ। ਅੱਜ ਸਟੇਜਾਂ ਤੇ ਚੜ੍ਹ ਕੇ ਚਾਹੇ ਤੁਸੀਂ ਦਲੀਲਾਂ ਦੇ ਲਓ, ਚਾਹੇ ਤੁਸੀਂ ਵੱਡੇ ਵੱਡੇ ਤੰਜ ਕੱਸ ਲਓ, ਚਾਹੇ ਜਿੰਨੀ ਮਰਜ਼ੀ ਸਹਾਨੁਭੂਤੀ ਇਕੱਠੀ ਕਰ ਲਓ, ਜਿੰਨਾ ਮਰਜ਼ੀ ਭਰੋਸਾ ਇਹਨਾਂ ਸੰਗਤਾਂ ਨੂੰ ਦੇ ਦਿਓ, ਪਰ ਤੁਹਾਡੀ ਇੱਕ ਗਲਤੀ ਵੀ ਇਹ ਸੰਗਤਾਂ ਮਾਫ ਨਹੀਂ ਕਰਨ ਵਾਲੀਆਂ। ਇੱਕ ਭੈਣ ਵੀ ਨਾਲ ਖੜੀ ਹੈ। ਕਿੱਥੋਂ ਤੁਸੀਂ? कहाँ से हो? कहाँ से हो आप? मैं केरला से आई हूँ। देखो आप भैन केरला तो आई है, तो आई थिंक स्लोगन भी है कोई आपके पास? खोलो जरा ये भी। अभी ये के आपने आई थिंक केरला लैंग्वेज में ही लिखा हुआ है, तो यू शुड एक्सप्लेन दिस कि क्या ਇਹ ਹੈ ਹਿੰਦੁਸਤਾਨ, ਇਹ ਹੈ ਹਿੰਦੁਸਤਾਨ। और मोदी साहब, ਤੁਸੀਂ ਜਿਹੜਾ ਹਿੰਦੁਸਤਾਨ ਬਣਾਉਣਾ ਚਾਹੁੰਦੇ ਹੋ ਨਾ, ਇਹ ਹਿੰਦੁਸਤਾਨ ਹੈ। क्या लिखा हुआ है ਸਾਨੂੰ बताइए? ਇਕੱਠਾ ਕਰਦਾ ਹੈ। वो एक ग्रुप है, वो सोलिडारिटी, टू गिव सोलिडारिटी टू यू गाइस किसान के लिए। मैं केरला से आई हूँ एंड इट्स रिटर्न कर्षक समरത്തിന് ऐक्यदार्ढ्यम, विच मीन्स किसान का स्ट्रगल के लिए सोलिडारिटी फ्रॉम केरला, लव फ्रॉम केरला। गुड, वेरी गुड। ਮਤਲਬ ਇਹ ਕਿਤੇ ਨਾ ਕਿਤੇ ਭਾਰਤ ਦੀਆਂ ਉਹ ਧੀਆਂ ਨੇ ਜਿਹੜੀਆਂ ਦਰਦ ਰੱਖਦੀਆਂ ਨੇ ਪੰਜਾਬ ਦੇ, ਭਾਰਤ ਦੇ ਕਿਸਾਨਾਂ ਦਾ। ਕਿਉਂਕਿ ਇੱਕ ਸਮਾਂ ਉਹ ਸੀ ਜਦੋਂ ਪੂਰਾ ਭਾਰਤ ਅਨਾਜ ਲਈ ਆਜ਼ਾਦੀ ਤੋਂ ਬਾਅਦ ਤਰਸ ਰਿਹਾ ਸੀ, ਤਾਂ ਪੰਜਾਬ ਹਰਿਆਣੇ ਨੇ ਬੀੜਾ ਚੱਕਿਆ ਸੀ ਪੂਰੇ ਭਾਰਤ ਦਾ ਢਿੱਡ ਭਰਨ ਦਾ। मैं हिंदी से भी ये चीज़ ज़रूर बयान करांगा कि ये वो बेटियां हैं भारत की, पंजाब की, जो दर्द रखती हैं किसानी का, जो समझती हैं कि अन्नदाता आज अगर सड़कों के ऊपर है, क्यों रो रहे हैं वो, क्यों गंदी सरकार के सामने आज सीना ठोक कर वो खड़े हुए हैं। और ये वही बेटियां हैं, जब झांसी की रानी बनना हो तो ये हाथ में तलवार भी उठा लेती हैं, माई भागो बनना होवे शमशीर ਚੱਕ भी ਲੈਂਦੀਆਂ ਨੇ। ਪਰ ਸਰਕਾਰਾਂ ਅਗਰ ਅਜੇ ਵੀ ਨਹੀਂ ਸੁਧਰਦੀਆਂ, ਨਹੀਂ ਸਮਝਦੀਆਂ, ਤਾਂ ਫਿਰ ਉਹ ਦਿਨ ਦੂਰ ਨਹੀਂ ਹੈ ਜਦੋਂ ਕਿਸਾਨਾਂ ਨੇ ਆਪ ਦਿੱਲੀ ਦੀ ਹਿੱਕ ਤੇ ਪਹੁੰਚਣਾ ਹੈ, ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣਾ ਆ ਤੇ ਸਰਕਾਰਾਂ ਨੂੰ ਉਹਨਾਂ ਦੇ ਤਖਤਾਂ ਤੋਂ ਭੁੰਜੇ ਲਾਣਾ ਆ।
ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਅੱਗੇ ਹੋਰ ਅਪਡੇਟਸ ਮੈਂ ਤੁਹਾਡੇ ਤੱਕ ਪਹੁੰਚਾਉਂਦਾ ਰਹਾਂਗਾ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਪ੍ਰੋਗਰਾਮ ਚੰਗਾ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਰਚੇ ਉੱਤੇ ਆ ਇੱਕ ਵੀਰ ਹਿੰਦੀ 'ਚ ਕਵਿਤਾ ਕੁਝ ਸੁਣਾਉਣਾ ਚਾਹੁੰਦੇ ਨੇ, ਨਰ ਪਿਸਾਚ, ਜਿਸ ਦਾ शीर्षक है जी बताइए। मेरी कविता का शीर्षक है नर पिशाच। मैं कवि कृष्णानंद तिवारी। नर पिशाच से देश बचाना सबकी जिम्मेदारी है। नर पिशाच से देश बचाना सबकी जिम्मेदारी है। हम पर आज प्रहार हुआ है, कल को तुम्हारी बारी है। सड़कों पर मजदूर मरे क्या नहीं दिखाई देता है? सड़कों पर मजदूर मरे क्या नहीं दिखाई देता है? लाखों बेरोजगार हुए क्या नहीं दिखाई देता है? उसके मुंह में लगा खून का दाग नजर ना आता है। उसके मुंह में लगा खून का दाग नजर ना आता है। जिसको हम कहते थे साहब भारत भाग्य विधाता है। दोनों हाथों बेच रहा जो भारत माँ की छाती को, दोनों हाथों बेच रहा जो भारत माँ की छाती को, देख नहीं पाते कैसे तुम उस बहसी कुलघाती को। भूमिपुत्रों पर पानी की जो बौछार कराता है, भूमिपुत्रों पर पानी की जो बौछार कराता है, कितनी भीषण संडो रही उसे नजर ना आता है। नर पिशाच से मुक्त देश का सपना हमें सजोना है। नर पिशाच से मुक्त देश का सपना हमें सजोना है। नर पिशाच की नजरों में धरती पुत्र खिलौना है। हम बेशक ना रहे जहां में बच्चा बच्चा गाएगा, हम बेशक ना रहे जहां में बच्चा बच्चा गाएगा। नर पिशाच का जिक्र करोगे उसका नाम बताएगा। धन्यवाद। जय मजदूर, जय जवान, जय किसान। और नर पिशाच, इसमें शीर्षक जो है उनका नाम भी बता दीजिए। इसमें नर पिशाच का मैं नाम अपने मुंह से लेकर अपनी जुबान गंदी नहीं करूंगा, लेकिन यहाँ खड़ा हुआ हर व्यक्ति जानता है कि हिंदुस्तान का एकमात्र नर पिशाच कौन है, जिसकी वजह से हमारे देश का धरती पुत्र आज बॉर्डर पर पड़ा हुआ है और इस असहनीय सर्दी में भी पड़ा हुआ है और इस असहनीय पीड़ा को सह रहा है। ऐसा कोई व्यक्ति नहीं जो उस नर पिशाच ਤੁਹਾਡੇ ਵਿੱਚੋਂ ਦੱਸ ਸਕਦਾ ਕਿ ਉਹ ਕੌਣ ਹੈ ਜਿਹੜੀ ਦੀ ਬਾਰੇ ਗੱਲ ਕਰ ਰਹੇ ਨੇ? ਨਹੀਂ ਜੀ, ਨਰਿੰਦਰ ਮੋਦੀ। ਮੈਂ ਦੱਸ ਦਿੰਦਾ ਕਿ ਮੋਦੀ ਜੀ ਸਾਹਿਬ ਨੇ ਨਰ ਪਿਸ਼ਾਚ ਜਿਹੜਾ ਹੈਗਾ ਆ ਉਹ ਹੈ। ਤੇ ਤੁਸੀਂ ਸੋਚ ਲਓ ਕਿ ਉਹਨਾਂ ਦਾ ਨਾਮ ਲੈਣਾ ਵੀ ਇਹ ਮੁਨਾਸਿਬ ਨਹੀਂ ਸਮਝਦੇ ਕਿ ਕਹਿੰਦਾ ਅਸੀਂ ਆਪਣੀ ਜ਼ੁਬਾਨ ਨਹੀਂ ਗੰਦੀ ਕਰਨੀ ਅਜਿਹੇ ਰਾਖਸ਼ ਦਾ ਨਾਮ ਲੈ ਕੇ। ਚਲੋ ਹੋਰ ਅਪਡੇਟਸ ਵੀ ਤੁਹਾਡੇ ਰੂਬਰੂ ਕਰਦੇ ਰਹਾਂਗੇ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।